ANP ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। कोरोना महामारी ਦੇ ਚੱਲਦਿਆਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ। ਵਿਪਤਾ ਪਹਿਲੀ ਵਾਰ ਨਹੀਂ ਆਈ, ਚਾਹੇ ਕੁਦਰਤੀ ਚਾਹੇ ਗੈਰ ਕੁਦਰਤੀ ਆ। ਮਨੁੱਖ ਨੇ ਹਮੇਸ਼ਾ ਹੀ ਅਜਿਹੀਆਂ ਕੁਦਰਤੀ ਔਰ ਗੈਰ ਕੁਦਰਤੀ ਜਿਹੜੀਆਂ ਮਹਾਮਾਰੀਆਂ ਉਹਨੂੰ ਨਜਿੱਠਿਆ ਵੀ ਆ ਤੇ ਕਾਮਯਾਬੀ ਵੀ ਹਾਸਲ ਕੀਤੀ ਹੈਗੀ ਆ। ਕਿਉਂਕਿ ਵਿਪਤਾ ਦੇ ਵਿੱਚ ਜਾਂ ਮੁਸੀਬਤਾਂ ਦੇ ਵਿੱਚ ਹੀ ਬੰਦਾ ਜੀਵਨ ਜੀ ਜਾਂਚਦਾ ਔਰ ਸਿੱਖਦਾ ਵੀ ਆ। ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਇੱਕ ਐਜੂਕੇਸ਼ਨ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਵੀ ਆ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹਨੂੰ ਕਿਵੇਂ ਦੇਖਿਆ ਜਾ ਰਿਹਾ, ਕਿਉਂਕਿ ਹੁਣ ਆਨਲਾਈਨ ਐਜੂਕੇਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਇੰਡੀਆ ਵਾਸਤੇ ਇੱਕ ਗੇਮ ਚੇਂਜ ਹੋ ਸਕਦੀ ਹੈ। ਕਈਆਂ ਦਾ ਕਹਿਣਾ ਹੈਗਾ ਕਿ ਇਹ ਜਿਹੜੀ ਐਜੂਕੇਸ਼ਨ ਹੈ ਸਿਰਫ ਆਨਲਾਈਨ ਕੋਰਸ ਤੱਕ ਸੀਮਤ ਰਹੇਗੀ ਤੇ ਕਈ ਕਹਿ ਰਹੇ ਕਿ ਜਿਹੜਾ ਇਸ ਆਨਲਾਈਨ ਐਜੂਕੇਸ਼ਨ ਤੇ 52% ਵਾਧਾ ਹੋ ਸਕਦਾ। ਇਹਨਾਂ ਮੁੱਦਿਆਂ 'ਤੇ ਅਸੀਂ ਗੱਲਬਾਤ ਕਰਾਂਗੇ ਔਰ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਸਤਨਾਮ ਸਿੰਘ ਸੰਧੂ। ਉਹਨਾਂ ਕੋਲ ਸਿੱਖਣ ਦੀ ਵੀ ਕੋਸ਼ਿਸ਼ ਕਰਾਂਗੇ ਔਰ ਸਮਝਣ ਦਾ ਵੀ ਯਤਨ ਕਰਾਂਗੇ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਆ ਉਹਦੇ ਮੁਤਾਬਕ ਦੇਸ਼ ਦਾ ਜਾਂ ਪੰਜਾਬ ਦਾ ਭਵਿੱਖ ਕਿੱਥੇ ਟਿਕਦਾ। ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਰ, ਮੰਨਦੇ ਕਿ ਜਿਹੜੀ ਆਨਲਾਈਨ ਐਜੂਕੇਸ਼ਨ ਆ ਇਹ ਇੰਡੀਆ ਵਾਸਤੇ ਇੱਕ ਗੇਮ ਚੇਂਜ ਹੋ ਸਕਦੀ ਜੀ? ਬੇਸਿਕਲੀ ਜੀ ਆਨਲਾਈਨ ਐਜੂਕੇਸ਼ਨ ਜਿਹੜੀ ਆ ਇਹ ਸਮੇਂ ਦੀ ਇੱਕ ਜ਼ਰੂਰਤ ਬਣ ਗਈ ਆ। ਜੀ ਜੀ। ਪੂਰੇ ਦੁਨੀਆ ਦੇ ਵਿੱਚ ਤੁਸੀਂ ਵਿਕਸਿਤ ਦੇਸ਼ਾਂ ਦੀ ਗੱਲ ਕਰੋਗੇ, ਉੱਥੇ ਪਹਿਲਾਂ ਹੀ ਇਹ ਮਹਾਮਾਰੀ ਤੋਂ ਪਹਿਲਾਂ ਦੇ ਵਿੱਚ ਵੀ ਇਹ ਆਨਲਾਈਨ ਐਜੂਕੇਸ਼ਨ ਇੱਕ ਬਹੁਤ ਵੱਡਾ ਰੋਲ ਨਿਭਾ ਰਹੀ ਸੀ। ਜੀ। ਬਲੈਂਡਡ ਐਜੂਕੇਸ਼ਨ ਦਾ ਮਾਡਲ ਜਿਹੜਾ ਪੂਰੀ ਦੁਨੀਆ ਦੇ ਵਿੱਚ ਵਿਕਸਿਤ ਹੋ ਰਿਹਾ ਹੈ ਕਿ ਇੱਕ ਮਿਕਸ ਹੈ ਜਿਸ ਦੇ ਵਿੱਚ ਆਨਲਾਈਨ ਪਲੇਟਫਾਰਮ ਤੇ ਰਿਸੋਰਸਸ ਜ਼ਿਆਦਾ ਹੋ ਜਾਂਦੇ ਨੇ। ਜੀ। ਆਨਲਾਈਨ ਪਲੇਟਫਾਰਮ ਬਹੁਤ ਜ਼ਿਆਦਾ ਵੈਲਿਊ ਐਡੀਸ਼ਨ ਕਰਦਾ ਸਾਡੀ ਨਾਰਮਲ ਐਜੂਕੇਸ਼ਨ ਦੇ ਵਿੱਚ। ਅੱਛਾ ਜੀ। ਜਿਹੜੀ ਫਾਰਮਲ ਐਜੂਕੇਸ਼ਨ ਅਸੀਂ ਦੇ ਰਹੇ ਹਾਂ ਉਸ ਦੇ ਨਾਲ ਜਦੋਂ ਆਨਲਾਈਨ ਜੁੜਦਾ ਉਹਨੂੰ ਬਲੈਂਡਡ ਅਸੀਂ ਮੰਨਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਪ੍ਰੈਕਟੀਕਲੀ ਹੋਣੀਆਂ ਚਾਹੀਦੀਆਂ। ਲੇਕਿਨ ਆਨਲਾਈਨ ਐਜੂਕੇਸ਼ਨ ਜਿਹੜੀ ਆ ਉਹ ਸਾਡੀ ਫਾਰਮਲ ਐਜੂਕੇਸ਼ਨ ਦਾ ਬਦਲ ਨਹੀਂ ਹੈ, ਉਹਦਾ ਸਬਸਟੀਚਿਊਟ ਨਹੀਂ ਹੈ, ਉਹਦੇ 'ਚ ਵੈਲਿਊ ਐਡੀਸ਼ਨ ਕਰਨ ਵਾਲੀ ਇੱਕ ਸੁਗਾਤ ਹੈਗੀ ਆ। ਤੋ ਜਿਹੜਾ ਹੁਣ ਮਹਾਮਾਰੀ ਦਾ ਦੌਰ ਹੈ ਇਸ ਦੇ ਵਿੱਚ ਮੈਂ ਸਮਝਦਾ ਕਿ ਜਦੋਂ ਸਾਡਾ ਨਜ਼ਰੀਆ ਜਦੋਂ ਅਸੀਂ ਕਿਸੇ ਚੀਜ਼ ਦਾ ਮੁਲਾਂਕਣ ਕਰਦੇ ਹਾਂ ਆਨਲਾਈਨ ਐਜੂਕੇਸ਼ਨ ਦਾ ਜਾਂ ਕਿਸੇ ਵੀ ਚੀਜ਼ ਦਾ, ਹਾਲਾਤਾਂ ਦੀ ਜਿਹੜੀ ਨਜ਼ਰਸਾਨੀ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਜਦੋਂ ਐਸੇ ਮਹਾਮਾਰੀ ਦੇ ਹਾਲਾਤ ਹੋਣ ਉਸ ਵੇਲੇ ਸਰਵਾਈਵਲ ਹੀ ਵੱਡਾ ਇਸ਼ੂ ਹੁੰਦਾ ਹੈ। ਬਿਲਕੁਲ ਕਿ ਅਸੀਂ ਸਰਵਾਈਵ ਕਿਵੇਂ ਕਰਨਾ। ਔਰ ਅੱਜ ਇਸ ਦੀ ਕੁਆਲਿਟੀ ਉਹਦੀ ਸਬਸਟੀਚਿਊਟ ਦੇ ਤੌਰ ਤੇ ਦੇਖਣਾ ਉਹ ਆਪਣੇ ਆਪ 'ਚ ਹੀ ਗਲਤ ਹੋਏਗਾ। ਕੁਆਲਿਟੀ ਹੋਣੀ ਚਾਹੀਦੀ ਹੈ ਲੇਕਿਨ ਇਹ ਫਾਰਮਲ ਐਜੂਕੇਸ਼ਨ ਦਾ ਬਦਲ ਨਹੀਂ ਹੈ। ਲੇਕਿਨ ਹਾਂ, ਮਹਾਮਾਰੀ ਵਿੱਚ ਸਾਡੇ ਕੋਲ ਇੱਕੋ ਬਦਲ ਹੈ ਜਿਹੜਾ ਬਚਿਆ, ਕਿਉਂਕਿ ਬੱਚਿਆਂ ਦੀ ਸਿਹਤ ਸੁਰੱਖਿਆ ਔਰ ਸਾਰੀਆਂ ਚੀਜ਼ਾਂ ਉਹ ਪਹਿਲਾਂ ਨੇ। ਲੇਕਿਨ ਮੈਂ ਸਮਝਦਾ ਕਿ ਭੁੱਲਰ ਸਾਹਿਬ ਇਸ ਵੇਲੇ ਜਿਹੜੀ ਸਾਡੀ ਨੌਜਵਾਨ ਜਨਰੇਸ਼ਨ ਜਿਨ੍ਹਾਂ ਨੇ ਇਸ ਸਾਲ ਆਪਦੀਆਂ ਡਿਗਰੀਆਂ ਕਰਨੀਆਂ ਸੀ, ਦਾਖਲੇ ਲੈਣੇ ਸੀ, ਸਕੂਲਾਂ 'ਚ ਪੜ੍ਹਾਈ ਕਰਨੀ ਸੀ, ਹਰ ਲੈਵਲ 'ਤੇ ਅਗਰ ਅਸੀਂ ਤੁਸੀਂ ਦੇਖੋਗੇ ਕਿ ਹੁਣ 5-6 ਮਹੀਨੇ ਦਾ ਟਾਈਮ ਹੋ ਚੱਲਿਆ ਇਸ ਮਹਾਮਾਰੀ ਨੂੰ ਪੂਰੀ ਦੁਨੀਆ ਵਿੱਚ। ਅਕੈਡਮਿਕ ਸੈਸ਼ਨ ਅੱਧਾ ਨਿਕਲ ਗਿਆ, ਹਾਲੇ 5-6 ਮਹੀਨੇ ਹੋਰ ਕੋਈ ਚਾਰਾ ਨਜ਼ਰ ਨਹੀਂ ਆਉਂਦਾ ਜਿੰਨੀ ਦੇਰ ਇਸ ਦੇ ਵਾਸਤੇ ਕੋਈ ਵੈਕਸੀਨ ਨਹੀਂ ਆਉਂਦੀ। ਤੋ ਇੱਕ ਤਾਂ ਸਾਡੇ ਕੋਲ ਆਪਸ਼ਨ ਸੀ ਕਿ ਇੱਕ ਸਾਲ ਅਸੀਂ ਇਸ ਜਨਰੇਸ਼ਨ ਦਾ ਗਵਾ ਲਈਏ, ਕੈਲੰਡਰ ਮਿਸ ਕਰ ਦਈਏ। ਦੂਜੀ ਆਪਸ਼ਨ ਸੀ ਕਿ ਨਹੀਂ, ਅਸੀਂ ਜਿਹੜੇ ਸਾਧਨ ਅਵੇਲੇਬਲ ਨੇ, ਅੱਜ ਟੈਕਨੋਲੋਜੀ ਅਵੇਲੇਬਲ ਹੈ, ਇੰਟਰਨੈਟ ਅਵੇਲੇਬਲ ਹੈ ਔਰ ਅਸੀਂ ਇਹਨਾਂ ਨੂੰ ਕੰਟੀਨਿਊ ਕਰੀਏ। ਮੈਂ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਦੱਸਦਾ। ਸਾਡੇ ਸਾਹਮਣੇ ਜਦੋਂ ਸਮੱਸਿਆ ਆਈ ਉਦੋਂ ਸਮੈਸਟਰ ਦਾ ਕੁਝ ਹਿੱਸਾ ਬਾਕੀ ਸੀ, ਉਹ ਅਸੀਂ ਆਨਲਾਈਨ 'ਤੇ ਉਹਨੂੰ ਅਸੀਂ ਕੰਪਲੀਟ ਕਰ ਲਿਆ। ਲੇਕਿਨ ਜਦੋਂ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਸੀ ਅਸੀਂ ਇੱਕ ਸਰਵੇ ਕੀਤਾ। ਅਸੀਂ ਆਪਣੇ ਬੱਚਿਆਂ ਨੂੰ ਬਹੁਤ ਫਲੈਕਸੀਬਿਲਿਟੀ ਨਾਲ ਆਪਸ਼ਨ ਦਿੱਤੀਆਂ ਕਿ ਕੀ ਤੁਸੀਂ ਆਨਲਾਈਨ ਸਟੱਡੀ ਕਰਨਾ ਚਾਹੁੰਦੇ ਹੋ, ਕੀ ਤੁਸੀਂ ਸਮੈਸਟਰ ਆਫ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਪੂਰਾ ਸਾਲ ਆਨਲਾਈਨ ਤੋਂ ਬਚ ਕੇ ਤੁਸੀਂ 1 ਸਾਲ ਆਪਦੀ ਰੈਸਟ ਕਰਨਾ ਚਾਹੁੰਦੇ ਹੋ। ਤਾਂ ਸਾਰੇ ਬੱਚਿਆਂ ਨੇ ਕਿਹਾ ਕਿ ਨਹੀਂ, ਸਾਡੇ ਵਾਸਤੇ 6 ਮਹੀਨੇ ਸਾਲ ਦਾ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ, ਅਸੀਂ ਆਨਲਾਈਨ ਪੜ੍ਹਨਾ ਚਾਹਾਂਗੇ। ਤੋ ਮੈਜੋਰਟੀ ਬੱਚਿਆਂ ਨੇ, ਮੈਂ 100% ਹੀ ਕਹਿ ਲਵਾਂ ਤਾਂ ਕੋਈ ਅਤਕਥਨੀ ਨਹੀਂ, ਲੇਕਿਨ ਕੁਝ ਬੱਚੇ ਐਸੇ ਨੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ ਜਾਂ ਹੋਰ, ਉਹ ਸਾਡੀ ਇੱਕ ਲੋਕਲ ਸਮੱਸਿਆ ਹੈ। ਲੇਕਿਨ ਆਨਲਾਈਨ ਐਜੂਕੇਸ਼ਨ ਸਾਡੀ ਸਰਵਾਈਵਲ ਦੇ ਵਾਸਤੇ ਇੱਕ ਬਹੁਤ ਵੱਡਾ ਸਾਡਾ ਇੱਕ ਟੂਲ ਬਣ ਕੇ ਸਾਹਮਣੇ ਆਈ ਹੈ। ਲੇਕਿਨ ਇਸ ਦਾ ਕਿੰਤੂ ਪਰੰਤੂ ਬਹੁਤ ਹੋ ਰਿਹਾ। ਇਸ ਦਾ ਕਿੰਤੂ ਪਰੰਤੂ ਇਸ ਲਈ ਹੋ ਰਿਹਾ ਕਿ ਸਾਡੀ ਹਜੇ ਇਹਦੇ ਬਾਰੇ ਜਿਹੜੀ ਸਮਝ ਹੈ ਉਹ ਅਧੂਰੀ ਹੈ। ਜਦੋਂ ਕਿਸੇ ਚੀਜ਼ ਦੇ ਬਾਰੇ ਸਮਾਜ ਅਣਜਾਣਤਾ ਰੱਖਦਾ ਹੈ, ਚਾਹੇ ਉਹ ਜਦੋਂ ਕਿਤੇ ਪਹਿਲਾਂ ਬਿਜਲੀ ਆਈ ਸੀ ਉਦੋਂ ਕਹਿੰਦੇ ਸੀ ਜੀ ਪਾਣੀ ਵਿੱਚੋਂ ਬਿਜਲੀ ਕੱਢ ਲਈ ਗਈ ਹੈ, ਹਕੀਕਤ ਹੋਰ ਸੀ ਪੰਜਾਬ ਦੇ ਵਿੱਚ। ਤੇ ਬਹੁਤ ਸਾਰੇ ਮਿੱਥ ਜਿਹੜੀਆਂ ਨੇ, ਬਹੁਤ ਸਾਰੀਆਂ ਗਲਤਫਹਿਮੀਆਂ ਅਸੀਂ ਲੈ ਕੇ ਚੱਲਦੇ ਹਾਂ। ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਸਮਝ ਅਧੂਰੀ ਹੈ, ਇਹ ਜਦੋਂ ਤੁਹਾਡੇ ਵਰਗੇ ਮੀਡੀਆ ਚੈਨਲ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਹਕੀਕਤ ਲੈ ਕੇ ਜਾਣਗੇ ਤਾਂ ਉਹ ਦੂਰ ਹੋਏਗੀ।
ਮੇਰੀ ਪਹਿਲੀ ਬੇਨਤੀ ਤਾਂ ਹੈ ਕਿ ਇਹ ਫਾਰਮਲ ਐਜੂਕੇਸ਼ਨ ਦੇ ਬਦਲ ਵਜੋਂ ਇਹਨੂੰ ਨਾ ਦੇਖਿਆ ਜਾਵੇ। ਇਹ ਵੈਲਿਊ ਐਡੀਸ਼ਨ ਹੈ, ਲੇਕਿਨ ਅੱਜ ਦੇ ਸਮੇਂ ਵਿੱਚ ਇੱਕ ਹੀ ਬਦਲ ਬਚਿਆ ਹੈ ਆਨਲਾਈਨ ਦਾ, ਸਾਨੂੰ ਇਸ ਤੇ ਪਰਸੂ ਕਰਨ ਦੀ ਲੋੜ ਹੈ। ਲੇਕਿਨ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇੰਡੀਆ ਹਲੇ ਪ੍ਰਪੇਅਰ ਨਹੀਂ ਸੀਗਾ, ਇਹ ਗੇਮ ਚੇਂਜਰ ਇਸ ਕਰਕੇ ਹੋ ਸਕਦਾ ਹੈ ਕਿ ਇੰਡੀਆ ਦੇ ਕੋਲੇ ਹਲੇ ਸਾਧਨ ਵਿਕਸਿਤ ਨਹੀਂ ਹੋਏ ਸੀ। ਆਨਲਾਈਨ ਐਜੂਕੇਸ਼ਨ ਦੇ ਬਾਰੇ ਵੀ ਸਮਝ ਜਿਹੜੀ ਆ ਉਹ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਕੋਈ ਵੀ ਚੀਜ਼ ਆਨਲਾਈਨ ਵਾਇਆ ਭੇਜ ਕੇ ਅਸੀਂ ਆਨਲਾਈਨ ਐਜੂਕੇਸ਼ਨ ਨਹੀਂ ਕਹਿ ਸਕਦੇ ਕਿ ਅਸੀਂ ਮੇਲ ਕਰ ਦਿੱਤੀ, ਅਸੀਂ ਕੋਈ ਵੀਡੀਓ ਸ਼ੇਅਰ ਕਰ ਲਿਆ, ਨਹੀਂ। ਇਸ ਦੇ ਵਾਸਤੇ ਲਰਨਿੰਗ ਮੈਨੇਜਮੈਂਟ ਸਿਸਟਮ, ਇਹ ਬੜਾ ਫਾਰਮਲ ਆਨਲਾਈਨ ਐਜੂਕੇਸ਼ਨ ਦਾ ਜਿਹੜਾ ਨਾ ਡਿਵੈਲਪ ਹੋ ਚੁੱਕਿਆ ਹੈ ਜਿਹੜਾ ਢਾਂਚਾ ਜੀ। ਲਰਨਿੰਗ ਮੈਨੇਜਮੈਂਟ ਸਿਸਟਮ ਇੱਕ ਐਸੀ ਵਿਵਸਥਾ ਹੈ ਕਿ ਜਿਹੜੀ ਵਰਚੁਅਲ ਕੈਂਪਸ ਦਾ ਬਦਲ ਪ੍ਰਦਾਨ ਕਰਦੀ, ਜਿਸ ਦੇ ਵਿੱਚ ਲੈਕਚਰ ਵੀ ਲੱਗ ਸਕਦਾ, ਜਿਸ ਦੇ ਵਿੱਚ ਲੈਬ ਦਾ ਤਜਰਬਾ ਵੀ ਹੋ ਸਕਦਾ। ਵਰਚੁਅਲੀ ਸਾਰੀਆਂ ਚੀਜ਼ਾਂ ਹੀ ਉਹਦੇ 'ਚ ਹੋ ਸਕਦੀਆਂ, ਫਿਜ਼ੀਕਲੀ ਨਹੀਂ ਹੁੰਦੀਆਂ, ਵਰਚੁਅਲੀ ਹੁੰਦੀਆਂ। ਲੇਕਿਨ ਬੱਚੇ ਦੇ ਸਿੱਖਣ ਵਾਸਤੇ ਉਹ ਕਈ ਗੁਣਾ ਤੋਂ, ਕਈ ਪੈਮਾਨਿਆਂ ਤੋਂ ਉਹ ਬਿਹਤਰ ਉਹਦੀ ਅੰਡਰਸਟੈਂਡਿੰਗ ਵੀ ਬਣਾਉਂਦਾ। ਹਰ ਇੰਡੀਵਿਜੂਅਲ ਬੱਚੇ ਦੀ ਨਜ਼ਰ ਰੱਖੀ ਜਾਂਦੀ ਹੈ, ਉਸ ਦੇ ਵਿੱਚ ਹਰ ਇੰਡੀਵਿਜੂਅਲ ਬੱਚੇ ਦੀ ਕੁਐਰੀ ਹੈਂਡਲ ਕੀਤੀ ਜਾਂਦੀ ਹੈ, ਔਰ ਹਰ ਜਿਹੜਾ ਇੰਡੀਵਿਜੂਅਲ ਸਟੂਡੈਂਟ ਹੈਗਾ, ਜੋ ਵੱਡੀ ਕਲਾਸ ਦੇ ਵਿੱਚ ਫਿਜ਼ੀਕਲੀ ਬੈਠਦੇ ਆ, ਤਵੱਜੋ ਨਹੀਂ ਦਿੱਤੀ ਜਾਂਦੀ। ਲੇਕਿਨ ਇਹ ਸਿਸਟਮ ਐਸਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹਰ ਬੱਚੇ ਦੇ ਜਿਹੜੇ ਬਾਡੀ ਦੇ ਜੈਸਚਰ ਹੈਗੇ ਨੇ, ਜਿਹੜੇ ਹਾਵ ਭਾਵ ਨੇ, ਉਹ ਵੀ ਨੋਟਿਸ ਕੀਤੇ ਜਾ ਰਹੇ ਆ ਕਿ ਕੀ ਉਹ ਸਮਝ ਰਿਹਾ ਹੈ, ਕੀ ਉਹ ਇੰਟਰਸਟ ਲੈ ਰਿਹਾ। ਤਾਂ ਮੈਂ ਸਮਝਦਾ ਕਿ ਸਭ ਤੋਂ ਵੱਡੀ ਇਸ ਵੇਲੇ ਜ਼ਰੂਰਤ ਹੈ ਸਮਝਣ ਦੀ ਕਿ ਆਨਲਾਈਨ ਐਜੂਕੇਸ਼ਨ ਲਰਨਿੰਗ ਮੈਨੇਜਮੈਂਟ ਸਿਸਟਮ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ, ਉਸ ਦੇ ਨਾਲ ਹੀ ਹੈ। ਲੇਕਿਨ ਹਾਂ, ਸਾਡੇ ਅਧਿਆਪਕਾਂ ਨੇ, ਸਾਡੇ ਸਕੂਲਾਂ ਨੇ, ਸਾਡੀਆਂ ਸੰਸਥਾਵਾਂ ਨੇ, ਕਿਉਂਕਿ ਇੰਨੀ ਜਲਦੀ ਵਿਵਸਥਾ ਹੋ ਨਹੀਂ ਸਕਦੀ, ਉੱਤੇ ਪੈਸਾ ਵੀ ਬਹੁਤ ਲੱਗਦਾ। ਲੇਕਿਨ ਉਹਨਾਂ ਨੇ ਜਿਹੜੇ ਓਪਨ ਸੋਰਸ ਨੇ, ਤੁਸੀਂ ਆਨਲਾਈਨ ਦੁਨੀਆ ਬਾਰੇ ਜਦੋਂ ਗੱਲ ਕਰਦੇ ਹੋ ਤਾਂ ਓਪਨ ਸੋਰਸਿਸ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਪਈਆਂ ਹੋਈਆਂ ਜਿਹੜੀਆਂ ਵੱਡੀਆਂ ਦੁਨੀਆ ਦੀਆਂ ਯੂਨੀਵਰਸਿਟੀ ਨੇ, ਜਾਂ ਸੰਸਥਾਵਾਂ ਨੇ, ਕੰਪਨੀਆਂ ਨੇ, ਉਹ ਕੀ ਕਰਦੀਆਂ ਨੇ ਕਿ ਉਹ ਆਪਣੇ ਪ੍ਰਚਾਰ ਵਾਸਤੇ ਤੇ ਲੋਕ ਭਲਾਈ ਦੇ ਇੱਕ ਨਜ਼ਰੀਏ ਤਹਿਤ ਬਹੁਤ ਸਾਰੀਆਂ ਟੈਕਨੋਲੋਜੀ ਓਪਨ ਸੋਰਸ ਫ੍ਰੀ ਦਿੰਦੇ ਹੋ, ਕਿਉਂਕਿ ਉਹ ਡਿਜੀਟਲ ਪਲੇਟਫਾਰਮ 'ਤੇ ਜਿਹੜੀ ਚੀਜ਼ ਉਹਨਾਂ ਨੇ ਕੋਈ ਆਜ਼ਾਦ ਕੀਤੀ ਹੈ, ਡਿਵੈਲਪ ਕੀਤੀ ਹੈ, ਉਹ ਪਾ ਦਿੰਦੇ ਤਾਂ ਕਿ ਲੋਕ ਉਹਦਾ ਲਾਹਾ ਲੈ ਸਕਣ। ਤਾਂ ਬਹੁਤ ਸਾਰੇ ਆਨਲਾਈਨ ਗੂਗਲ ਨੇ ਆਨਲਾਈਨ ਲਰਨਿੰਗ ਮੈਨੇਜਮੈਂਟ ਸਿਸਟਮ ਦਿੱਤਾ ਹੈਗਾ, ਉਹ ਫ੍ਰੀ ਹੈ। ਬਹੁਤ ਸਾਰੀਆਂ ਹੋਰ ਕੰਪਨੀਆਂ ਨੇ ਜਿਨ੍ਹਾਂ ਨੇ ਫ੍ਰੀ ਕੋਰਸ ਵੀ ਦਿੱਤੇ ਨੇ, ਉਹ ਵੀ ਦਿੱਤਾ ਹੈ। ਲੇਕਿਨ ਇਹਦੇ ਬਾਰੇ ਸਾਡੀ ਜਿਹੜੀ ਸੰਸਥਾਵਾਂ ਦੀ ਸਮਝ ਹੋਣੀ ਬੜੀ ਜ਼ਰੂਰੀ ਹੈ, ਸਾਡੇ ਅਧਿਆਪਕਾਂ ਦੀ ਟ੍ਰੇਨਿੰਗ ਬੜੀ ਜ਼ਰੂਰੀ ਹੈ, ਔਰ ਸਾਡੇ ਮਾਪਿਆਂ ਦੀ ਜਿਹੜੀ ਜਾਗਰੂਕਤਾ ਉਹ ਬਹੁਤ ਜ਼ਰੂਰੀ ਹੈ। ਅੱਛਾ, ਕਿਉਂਕਿ ਤੁਸੀਂ ਇੱਕ ਯੂਨੀਵਰਸਿਟੀ ਚਲਾ ਰਹੇ, ਬਹੁਤ ਅੱਛੀ ਯੂਨੀਵਰਸਿਟੀ ਚਲਾ ਰਹੇ ਜੇ, ਵਿਦੇਸ਼ਾਂ 'ਚ ਵੀ ਕਾਫੀ ਵਿਦੇਸ਼ਾਂ ਦਾ ਦੌਰਾ ਵੀ ਕੀਤਾ, ਤਾਂ ਲੱਗਦਾ ਕਿ ਅਸੀਂ ਵੀ ਅੱਜ ਨਹੀਂ, ਆਉਣ ਵਾਲੇ 5-7 ਸਾਲਾਂ ਜਿਹੜੇ ਡਿਵੈਲਪ ਕੰਟਰੀ ਹੈਗੇ ਨੇ ਉਹਦੇ ਬਰਾਬਰ ਆ ਖੜਾਂਗੇ ਇੰਡੀਆ 'ਚ, ਕਿਉਂਕਿ ਸਾਡੇ 'ਚ ਗਰੀਬੀ ਵੀ ਆ, ਸਾਡੇ 'ਚ ਨੈਟਵਰਕ ਦੀ ਪ੍ਰੋਬਲਮ ਆ ਗਈ ਆ, ਪਰਿਵਾਰ ਵੀ ਆਰਥਿਕ ਪੱਖ ਇਹ ਨਹੀਂ ਕਿ ਜੇ ਕਿਸੇ ਦੇ 3 ਬੱਚੇ ਹੈਗੇ ਨੇ ਤਾਂ ਤਿੰਨਾਂ ਨੂੰ ਸਮਾਰਟਫੋਨ ਲੈ ਕੇ ਦੇ ਘਰ 'ਚ ਇੱਕ ਹੀ ਸਮਾਰਟਫੋਨ ਹੋਏਗਾ ਜੀ। ਭੁੱਲਰ ਸਾਹਿਬ, ਹਕੀਕਤ ਜਿਹੜੀ ਹੈ ਸਾਡੇ ਦੇਸ਼ ਦੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜੀ ਨਾ ਬਰਾਬਰਤਾ ਸਮਾਜ ਦੇ ਵਿੱਚ ਹੈ, ਉਹ ਆਨਲਾਈਨ ਤੋਂ ਬਿਨਾਂ ਵੀ ਤਾਂ ਹੈ ਨਾ। ਸਕੂਲ ਚੰਗੇ ਤੇ ਮਾੜੇ ਸਕੂਲ, ਫੀਸਾਂ ਵੱਧ ਘੱਟ ਸਕੂਲ, ਗਰੀਬ ਲੋਕਾਂ ਦੇ ਸਕੂਲ ਹੋਰ, ਅਮੀਰ ਲੋਕਾਂ ਦੇ ਸਕੂਲ ਹੋਰ, ਤੇ ਸਮਾਜਿਕ ਨਾ ਬਰਾਬਰਤਾ ਇੱਕ ਵੱਖਰਾ ਪਹਿਲੂ ਹੈ। ਇੱਥੇ ਆਨਲਾਈਨ ਐਜੂਕੇਸ਼ਨ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਬੱਚੇ ਪਹਿਲਾਂ ਹੀ ਮਾਰਜਨ ਤੇ ਬੈਠੇ ਹੋਏ ਨੇ, ਫੈਮਲੀਆਂ ਦੇ ਵਿੱਚੋਂ ਨੇ, ਆਰਥਿਕ ਤੌਰ ਤੇ ਪਛੜੇ ਹੋਏ ਨੇ, ਉਹਨਾਂ ਕੋਲੇ ਸਾਧਨ ਨਹੀਂ ਹੈ। ਲੇਕਿਨ ਤੁਸੀਂ ਇਸ ਗੱਲ ਤੋਂ ਵੀ ਹੈਰਾਨ ਹੋਵੋਗੇ ਕਿ ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈ, ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਹੈ, ਜਦੋਂ ਤੁਸੀਂ ਰਾਜਨੀਤਿਕ ਮੁੱਦਿਆਂ ਦੀ ਘੋਖ ਕਰੋਗੇ ਤਾਂ ਉਸ ਦੇ ਵਿੱਚ ਉਹ ਗੱਲਾਂ ਦੀ ਵਿਵਸਥਾ ਨਜ਼ਰ ਆਏਗੀ। ਚਾਹੇ ਸਮਾਰਟਫੋਨ ਦੇਣ ਦੀ ਗੱਲ ਆਈ ਸੀ, ਉਹ ਦਿੱਤੇ ਗਏ ਨਹੀਂ ਦਿੱਤੇ ਗਏ ਅਲੱਗ ਗੱਲ ਹੈ। ਇਹ ਚੀਜ਼ਾਂ ਸਾਡੇ, ਜਦੋਂ ਕੋਈ ਵੀ ਚੀਜ਼ ਰਾਜਨੀਤਿਕ ਧਰਾਤਲ 'ਤੇ ਜਾਂਦੀ ਹੈ ਤਾਂ ਉਸ ਵੇਲੇ ਉਹਦੇ ਪਿੱਛੇ ਬਹੁਤ ਸਾਰਾ ਸਮਾਜਿਕ ਜਿਹੜਾ ਉੱਤੇ ਪ੍ਰੈਸ਼ਰ ਹੈ, ਪ੍ਰਭਾਵ ਉਹ ਲੈ ਕੇ ਦਿੱਤੀ ਜਾਂਦੀ, ਤਾਂ ਕਿ ਲੋਕਾਂ ਦੇ ਮੁੱਦਿਆਂ ਦੇ ਨਾਲ ਹੀ ਪਾਰਟੀਆਂ ਅੱਗੇ ਆਉਂਦੀਆਂ। ਔਰ ਅੱਜ ਤੋਂ ਤੁਸੀਂ ਦੇਖੋ 5 ਸਾਲ ਪਹਿਲਾਂ ਸਮਾਰਟਫੋਨ ਦੇਣ ਦਾ ਮੁੱਦਾ ਪੰਜਾਬ ਦੀ ਰਾਜਨੀਤੀ ਵਿੱਚ ਬੜੇ ਜ਼ੋਰ ਸ਼ੋਰ ਨਾਲ ਆ ਚੁੱਕਿਆ ਹੈ। ਇਹ ਗੇਮ ਚੇਂਜਰ ਵੀ ਹੈ। ਚਲੋ ਅੱਜ ਨਹੀਂ ਕੱਲ੍ਹ ਪੂਰਾ ਹੋਏਗਾ, ਕਿਸੇ ਟਾਈਮ ਤੇ ਪੂਰਾ ਹੋਏਗਾ। ਔਰ ਮੈਂ ਸਮਝਦਾ ਹਾਂ ਕਿ ਸਾਡੇ ਸਮਾਜ ਨੂੰ ਇਹਦੀ ਜ਼ਿੰਮੇਵਾਰੀ ਚੱਕਣੀ ਪਊਗੀ। ਸਾਨੂੰ ਉਹਨਾਂ ਬੱਚਿਆਂ ਨੂੰ ਸਾਧਨ ਮੁਹੱਈਆ ਕਰਾਉਣੇ ਪੈਣਗੇ ਜਿਹੜੇ ਬੱਚਾ, ਇਹ ਚਾਹੇ ਮਹਾਂਮਾਰੀ ਬੀਤ ਜਾਵੇ, ਮੈਂ ਚਾਹੂੰਗਾ ਕਿ ਅਸੀਂ ਮਹਾਂਮਾਰੀ ਤੱਕ ਸੀਮਤ ਹੋ ਕੇ ਨਾ ਸੋਚੀਏ, ਇਹ ਤਾਂ 2-4 ਮਹੀਨੇ 5 ਮਹੀਨੇ ਹੋਰ ਠੀਕ ਹੋ ਜਾਏਗੀ। ਲੇਕਿਨ ਜਿਹੜਾ ਪੂਰਾ ਸਾਡਾ ਐਜੂਕੇਸ਼ਨ ਸਿਸਟਮ ਹੈ, ਇਹ ਟਰਾਂਸਫਾਰਮ ਹੋਣ ਜਾ ਰਿਹਾ। ਪੂਰੇ ਦੇ ਪੂਰੇ ਬਦਲਾਅ ਜਿਹੜੇ ਨੇ ਇਹ ਪਰਮਾਨੈਂਟ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾ ਰਹੇ ਨੇ। ਭੁੱਲਰ ਸਾਹਿਬ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਤੁਸੀਂ ਰਹਿਣ ਸਹਿਣ ਦੀ, ਸਾਡੇ ਤੌਰ ਤਰੀਕੇ ਦੀ, ਸਾਡੀ ਜੀਵਨ ਜਾਂਚ ਜਿਹੜੀ ਆ ਉਹ ਇਹਦੇ ਨਾਲ ਬਦਲਣ ਜਾ ਰਹੀ ਹੈ। ਬਹੁਤ ਵੱਡੀਆਂ ਤਬਦੀਲੀਆਂ ਅਸੀਂ ਆਪਣੇ ਆਪ ਵਿੱਚ ਦੇਖ ਰਹੇ ਹਾਂ, ਆਪਣੇ ਸਮਾਜ ਦੇ ਵਿੱਚ ਦੇਖ ਰਹੇ ਹਾਂ। ਤਾਂ ਮੈਂ ਸਮਝਦਾ ਕਿ ਸਮਾਜ ਸਹੀ ਦਿਸ਼ਾ ਵਿੱਚ ਜਾ ਰਿਹਾ ਹੈਗਾ। ਦੇਸ਼ ਦੇ ਵਿੱਚ ਡਿਜੀਟਲ ਇੰਡੀਆ ਦੀ ਕੰਪੇਨ ਜਿਹੜੀ ਆ ਉਹ ਮਹਾਂਮਾਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਸੀ।
ਤੋ ਜਦੋਂ ਤੁਸੀਂ ਡਿਟੇਲ ਨਾਲ ਡਿਸਕਸ਼ਨ ਕਰੋਗੇ ਤੇ ਭਾਰਤ ਆਲਰੇਡੀ ਜਿਹੜਾ ਇਸ ਪਾਸੇ ਸੋਚ ਰਿਹਾ ਸੀ। ਅਸੀਂ ਹੋਰ ਇੱਕ ਆਪਾਂ ਅਗਰ ਪ੍ਰਾਇਮਰੀ ਐਜੂਕੇਸ਼ਨ ਦੀ ਗੱਲ ਜਾਂ ਹਾਈ ਸਕੂਲ ਸੈਕੰਡਰੀ ਸਕੂਲ ਤੱਕ ਐਜੂਕੇਸ਼ਨ ਕਿਉਂਕਿ ਬਸ ਨਿਆਣਿਆਂ ਤੇ ਬਸਤੀਆਂ ਦਾ ਜਿਹੜਾ ਬੋਝ ਆ ਤੁਸੀਂ ਵੀ ਚੱਕਿਆ, ਮੈਂ ਵੀ ਚੱਕਿਆ, ਬਹੁਤ ਸਾਰੇ ਲੋਕਾਂ ਨੇ ਚੱਕਿਆ, ਤਾਂ ਲੱਗਦਾ ਕਿ ਆਨਲਾਈਨ ਥੋੜਾ ਬੱਚੇ ਨੂੰ ਰਿਲੀਫ ਵੀ ਕਰ ਰਿਹਾ ਹੈਗਾ। ਹੁਣ ਜਿੱਦਾਂ ਕਹਿਤਾ ਕਿ 30% ਅਸੀਂ ਸਿਲੇਬਸ ਕਰਾਂਗੇ, ਤਾਂ ਲੱਗਦਾ ਕਿ ਸਿਲੇਬਸ ਘੱਟ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ ਜਿਸ ਨੂੰ ਬੱਚੇ ਨੂੰ ਫਿਊਚਰ ਤੱਕ ਵੀ ਹਾਂ ਮੈਂ ਪੜ੍ਹਿਆ ਹੈਗਾ। ਕਈ ਇੱਦਾਂ ਦੇ ਸਿਲੇਬਸ ਆ ਉਹ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਪੜ੍ਹੇ ਹੈਗੇ ਜਾਂ ਉਹਨਾਂ ਦੀ ਅੱਗੇ ਜਾ ਕੇ ਸਾਨੂੰ ਉਹਦੀ ਵੈਲਿਊ ਵੀ ਨਹੀਂ ਪਤਾ, ਜਾਂ ਅਸੀਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਯਾਰ ਉਹ ਐਵੇਂ ਪੜ੍ਹਿਆ ਹੈਗਾ, ਫਾਇਦਾ ਤਾਂ ਹੈ ਨਹੀਂ, ਕੁਛ ਨਿਕਲੇ ਤਾਂ ਹੈ ਨਹੀਂ ਜੀ। ਇਹ ਬੜਾ ਮਹੱਤਵਪੂਰਨ ਵਿਸ਼ਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਜਿਹੜੇ ਸਾਡੇ ਸਿਲੇਬਸ ਪਾਠਕ੍ਰਮ ਕੋਰਸ ਕਰਿਕੂਲਮ ਹੈਗੇ ਨੇ, ਇਹ ਭੁੱਲਰ ਸਾਹਿਬ ਇਹ ਤੇ ਆਲਰੇਡੀ ਜਿਹੜੀ ਨੈਸ਼ਨਲ ਜਿਹੜੀ ਐਜੂਕੇਸ਼ਨ ਪਾਲਿਸੀ ਆ ਰਹੀ ਆ, ਬਹੁਤ ਸਾਰੇ ਰਿਫਾਰਮਸ ਇਹ 'ਤੇ ਵੀ ਆ ਰਹੇ ਆ। ਬਿਲਕੁਲ ਜਿਹੜੀ ਗੱਲ ਤੁਸੀਂ ਕਹਿ ਰਹੇ ਕਿ ਸਾਡਾ ਜਿਹੜਾ ਪਾਠਕ੍ਰਮ ਸੀਗੇ ਪੁਰਾਣੇ ਬੜੇ ਰਿਜਿਡ ਸੀਗੇ, ਬੜੇ ਉਹ ਸਖਤ ਮਜਾਜ ਸੀ, ਉਹਦੇ 'ਚ ਕੋਈ ਫਲੈਕਸੀਬਿਲਿਟੀ ਨਹੀਂ ਸੀ, ਬੱਚੇ ਦੀ ਚੋਇਸ ਦਾ ਕੋਈ ਮਤਲਬ ਨਹੀਂ ਸੀ। ਤੇ ਹੁਣ ਜਿਹੜਾ ਨਵੀਂ ਨੀਤੀ ਸਾਡੇ ਦੇਸ਼ ਨੇ ਅਪਣਾਉਣ ਜਾ ਰਿਹਾ ਹੈਗਾ, ਕਿਉਂਕਿ ਸਾਡੀ ਜਦੋਂ ਤੁਸੀਂ ਦੇਖੋ ਵਿਸ਼ਵ ਰੈਂਕਿੰਗ 'ਚ ਕਿਉਂ ਨਹੀਂ ਆ ਰਹੇ, ਹੋਰ ਚੀਜ਼ਾਂ ਕਿਉਂ, ਉਹ ਤਾਂ ਨਹੀਂ ਆ ਰਹੇ ਸੀ, ਸਾਡੀਆਂ ਨੀਤੀਆਂ ਹੀ ਗਲਤ ਸੀ। ਸਾਡੀ ਪਰਫਾਰਮੈਂਸ ਜਿਹੜੀ ਸੀ ਉਹ ਕੁਝ ਇੱਕ ਥਾਵਾਂ 'ਤੇ ਚੰਗੀ ਸੀ, ਲੇਕਿਨ ਬਹੁਤ ਥਾਵਾਂ 'ਤੇ ਸਾਡੀ ਮਾੜੀ ਸੀ। ਅਸੀਂ ਰਿਸਰਚ ਅੱਛੀ ਨਹੀਂ ਕਰ ਪਾਉਂਦੇ ਸੀ, ਬੱਚੇ ਦੀ ਜਿਹੜੀ ਇੰਡੀਵਿਜੂਅਲ ਸੋਚ ਨੂੰ ਵਿਕਸਿਤ ਨਹੀਂ ਹੋਣ ਦਿੰਦੇ ਸੀ, ਜਿਹੜੀਆਂ ਇਨੋਵੇਸ਼ਨਸ ਤੇ ਬਾਕੀ ਚੀਜ਼ਾਂ ਨਵੀਂ ਜਨਰੇਸ਼ਨ ਲੈ ਕੇ ਆਉਣੀਆਂ, ਉਹ ਕਿਤੇ ਨਾ ਕਿਤੇ ਰੁਕਾਵਟ ਬਣਦੀ ਸੀ ਕਿ ਅਸੀਂ ਇੱਕ ਰੂੜੀਵਾਦੀ ਜਿਹੀ ਸੋਚ ਲੈ ਕੇ ਆਪਣਾ ਢਾਂਚਾ ਚਲਾ ਰਹੇ ਸੀ। ਲੇਕਿਨ ਹੁਣ ਤੁਸੀਂ ਦੇਖੋਗੇ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਫਲੈਕਸੀਬਿਲਿਟੀ ਇੱਕ ਬਹੁਤ ਵੱਡਾ ਕੰਪੋਨੈਂਟ ਆ ਰਿਹਾ ਹੈ ਕਿ ਕੋਰਸ ਕਰਿਕੂਲਮ ਪਾਠਕ੍ਰਮ ਬੱਚਾ ਆਪਣੀ ਮਰਜ਼ੀ ਦੇ ਮੁਤਾਬਕ ਉਹਨੂੰ ਚੁਣ ਸਕਦਾ, ਆਪਣੇ ਵਿਸ਼ੇ ਲੈ ਸਕਦਾ। ਤਾਂ ਇਹਦੀ ਇੰਪਲੀਮੈਂਟੇਸ਼ਨ ਵਾਸਤੇ ਜ਼ਰੂਰ ਟਾਈਮ ਲੱਗਣਾ ਹੈ, ਲੇਕਿਨ ਜਿਹੜਾ ਸਾਡਾ ਦੇਸ਼ ਆ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਬਿਲਕੁਲ ਜਾ ਰਿਹਾ ਹੈਗਾ। ਜਿੱਥੇ ਤੱਕ ਤੁਸੀਂ ਆਨਲਾਈਨ ਦੀ ਗੱਲ ਕੀਤੀ ਹੈ ਕਿ ਆਨਲਾਈਨ ਐਜੂਕੇਸ਼ਨ ਦੇ ਨਾਲ ਬਸਤੇ ਜ਼ਰੂਰ ਹੌਲੇ ਹੋਣਗੇ, ਕਲਾਊਡ ਦੇ ਉੱਪਰ ਸਾਰੀਆਂ ਜਿਹੜੀਆਂ ਪ੍ਰੋਵੀਜ਼ਨ ਨੇ ਬੱਚੇ ਨੂੰ ਮਿਲਣਗੀਆਂ। ਲੇਕਿਨ ਮੈਂ ਇੱਕ ਹੋਰ ਗੱਲ ਇੱਥੇ ਕਹਿਣੀ ਚਾਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਤੁਸੀਂ, ਸਾਡਾ ਸਮਾਜ ਨਾ ਜੀ ਬੜਾ ਸੂਖਮ ਹੈ, ਉਹਦੀਆਂ ਭਾਵਨਾਵਾਂ ਬੜੀਆਂ ਸੂਖਮ ਹੈ ਔਰ ਹੋਣੀਆਂ ਵੀ ਚਾਹੀਦੀਆਂ, ਜਾਗਰੂਕ ਸਮਾਜ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ। ਲੇਕਿਨ ਸਮੱਸਿਆ ਕੀ ਹੈ ਕਿ ਕਈ ਵਾਰੀ ਅਸੀਂ ਗਲਤ ਡਾਇਰੈਕਸ਼ਨ ਦੇ ਵਿੱਚ ਜਿਹੜੀ ਸੂਖਮਤਾ ਉਹਨੂੰ ਅਸੀਂ ਲੈ ਜਾਂਦੇ। ਸਪੋਜ਼ ਹੁਣ ਮੈਨੂੰ ਕਈਆਂ ਨੇ ਸਵਾਲ ਕੀਤਾ, ਦੇਖੋ ਜੀ ਬੱਚਿਆਂ ਦੀ ਤਾਂ ਸਿਹਤ ਖਰਾਬ ਹੋ ਰਹੀ ਹੈ, ਉਹ ਸਾਰਾ ਦਿਨ ਸਕਰੀਨ ਦੇਖਣਗੇ, ਉਹ ਡਿਜੀਟਲ ਉੱਤੇ ਸਪੇਸ 'ਤੇ ਬੈਠਣਗੇ ਜੀ, ਪੜ੍ਹਾਈ ਕਰਨ ਦੇ ਨਾਲ ਉਹਨਾਂ ਦੀਆਂ ਅੱਖਾਂ ਖਰਾਬ ਹੋ ਜਾਣਗੀਆਂ, ਉਹਨਾਂ ਦੇ ਦਿਮਾਗ 'ਤੇ ਮਾੜਾ ਅਸਰ ਪਏਗਾ। ਭੁੱਲਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਹੁਣ ਆਨਲਾਈਨ ਐਜੂਕੇਸ਼ਨ ਸਾਡਾ ਹਜੇ ਵਰਤਾਰੇ ਦਾ ਹਿੱਸਾ ਨਹੀਂ ਸੀ, ਪੂਰੀ ਦੁਨੀਆ ਦੇ ਵਿੱਚ ਜਿਹੜਾ ਭਾਰਤੀਆਂ ਦਾ ਸਕਰੀਨ ਟਾਈਮ ਹੈ, ਸਕਰੀਨ ਟਾਈਮ ਜਿਹੜਾ ਕਹਿੰਦੇ ਕਿ ਅਸੀਂ ਕਿੰਨਾ ਟਾਈਮ ਅਸੀਂ ਸਕਰੀਨ ਦੇਖਦੇ ਹਾਂ, ਉਹ ਤੁਸੀਂ ਗੂਗਲ 'ਤੇ ਸਰਚ ਕਰਿਓ, ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਾਡਾ ਹੈ। ਹਾਲਾਂਕਿ ਅਸੀਂ ਕਹਿੰਦੇ ਕਿ ਸਾਡੇ ਕੋਲ ਸਾਧਨ ਘੱਟ ਹੈ, ਲੇਕਿਨ ਸਭ ਤੋਂ ਵੱਧ ਭਾਰਤੀ ਨੇ ਜਿਹੜੇ ਕਿ ਹਰ ਟਾਈਮ ਮੋਬਾਈਲ 'ਤੇ, ਹਰ ਟਾਈਮ ਟੀਵੀ 'ਤੇ, ਕੰਪਿਊਟਰ 'ਤੇ। ਔਰ ਅਸੀਂ ਤੁਸੀਂ ਦੇਖੋਗੇ ਕਿ ਜਿਹੜੇ ਬੱਚੇ ਹੈ ਸਾਡੇ, ਇੱਕ ਪੁਰਾਣਾ ਜ਼ਮਾਨਾ ਸੀ ਕਿ ਜਦੋਂ ਛੋਟੇ ਬੱਚੇ ਨੂੰ ਵਰਾਉਣ ਵਾਸਤੇ, ਆਪਣੇ ਕੰਮਕਾਰ ਕਰਨ ਵਾਸਤੇ ਅਸੀਂ ਪੀਂਘਾਂ ਪਾ ਦਿੰਦੇ ਸੀ, ਝੋਲੀਆਂ ਭੰਗੂੜੇ ਲੈਂਦੇ ਸੀ, ਬੱਚਾ ਰਵਾਇਤੀ ਢੰਗ ਨਾਲ ਕਰਦੇ ਸੀ। ਹੁਣ ਕੀ ਹੋ ਗਿਆ ਕਿ ਅਸੀਂ ਗੇਮ ਲਿਆ ਦਿੰਦੇ ਬੱਚੇ ਨੂੰ, ਹਾਲੇ ਉਹਨੇ ਸੁਰਤ ਨਹੀਂ ਸੰਭਾਲੀ ਹੁੰਦੀ, ਤੇ ਅਸੀਂ ਜਿਹੜੇ ਸਰਦੇ ਪੁੱਜਦੇ ਪਰਿਵਾਰ ਹੈ, ਉਹ ਸਾਰਿਆਂ ਦੇ ਘਰ ਤੁਸੀਂ ਜਾ ਕੇ ਦੇਖੋਗੇ ਕਮਰੇ ਭਰੇ ਹੋਏ ਆ। ਉਹ ਬੱਚੇ ਦੇ ਪੇਰੈਂਟਸ ਮਾਰਨਾ ਕਹਿੰਦੇ ਜੀ ਮੈਨੂੰ ਤੇ ਚਲਾਉਣੇ ਦਾ, ਮੇਰਾ 3 ਸਾਲ ਦਾ ਬੱਚਾ ਜਵਾਕ ਨੇਰੀ ਲਿਆ ਦਿੰਦਾ ਜੀ। ਤੇ ਜਦੋਂ ਅਸੀਂ ਇਹਨੂੰ ਜ਼ਿੰਦਗੀ ਦਾ ਹਿੱਸਾ ਬਣਾ ਚੁੱਕੇ ਆ, ਮੈਂ ਇਸ ਗੱਲ ਦੇ ਬਿਲਕੁਲ ਹੱਕ ਵਿੱਚ ਆ ਕਿ ਜਿਹੜਾ ਡਿਜੀਟਲ ਜਿਹੜੀ ਸਾਡੀ ਕੰਸਲਟੇਸ਼ਨ ਹੈ ਕਿਤੇ ਨਾ ਕਿਤੇ ਸਾਡੀ ਸਿਹਤ ਤੇ ਪ੍ਰਭਾਵ ਪਾਉਂਦੀ ਹੈ, ਲੇਕਿਨ ਜਿਹੜਾ ਸਾਦੋਪਯੋਗ ਹੈ ਹਮੇਸ਼ਾ ਕਿਸੇ ਚੀਜ਼ ਦਾ, ਉਹ ਹੋਵੇ ਤੇ ਕੋਈ ਨੁਕਸਾਨ ਨਹੀਂ ਹੈ। ਸਾਨੂੰ ਜਿਹੜਾ ਦੁਰਉਪਯੋਗ ਹੋ ਰਿਹਾ, ਜਿਹੜਾ ਅਸੀਂ ਆਪਣੇ ਸੁਖਾਲੇ ਵਾਸਤੇ, ਆਪਣੇ ਆਪ ਨੂੰ ਆਸਾਨ ਕਰਨ ਵਾਸਤੇ ਅਸੀਂ ਕਹਿੰਦੇ ਕਿ ਬੱਚੇ ਨੂੰ ਤੁਸੀਂ ਖੇਡ ਐਸੀ ਲਿਆ ਦਿਓ ਕਿ ਉਹ ਨਾ ਗੇਮ ਖਤਮ ਹੋਵੇ ਤੇ ਨਾ ਉਹ ਬੱਚਾ ਰੋਵੇ, ਨਾ ਦੁੱਧ ਮੰਗੇ, ਨਾ ਖਾਣਾ ਮੰਗੇ। ਮੈਂ ਦੇਖਿਆ ਕਿ ਬੱਚੇ ਖਾਣਾ ਵੀ ਨਹੀਂ ਖਾਂਦੇ, ਉਹ ਆਪਣੀ ਗੇਮ ਵਿੱਚ ਇੰਨੇ ਰੁੱਝ ਜਾਂਦੇ ਆ। ਤਾਂ ਸਾਡੇ ਸਮਾਜ ਦੀ ਜਿਹੜੀ ਇੱਕ ਸੂਖਮਤਾ ਹੈਗੀ ਆ, ਮੈਂ ਚਾਹੁੰਦਾ ਕਿ ਉਹਨੂੰ ਵੀ ਸਮਝਣ ਦੀ ਲੋੜ ਹੈਗੀ ਆ ਕਿ ਅਸੀਂ ਸਮੇਂ ਦੇ ਬਦਲਦੇ ਹੋਏ ਮਿਜਾਜ ਦੇ ਨਾਲ ਕਦਮ ਨਾ ਕਦਮ ਲਾ ਕੇ ਚੱਲਾਂਗੇ। ਇੱਕ ਹੋਰ ਮੇਰੇ ਮਨ 'ਚ ਸਵਾਲ ਹੈ ਕਿ ਜਿਸ ਤਰ੍ਹਾਂ ਇਹ ਆਉਣ ਵਾਲੇ ਪਰਮਾਨੈਂਟ ਹੀ ਇੱਕ ਐਜੂਕੇਸ਼ਨ ਦਾ ਹਿੱਸਾ ਬਣ ਜਾਊ ਜਾਂ ਦੇਸ਼ ਦਾ ਹਿੱਸਾ ਬਣ ਜਾਊ ਕਿ ਆਨਲਾਈਨ ਐਜੂਕੇਸ਼ਨ ਇੱਕ ਮਾਧਿਅਮ ਹੈਗਾ ਕਿ ਤੁਸੀਂ ਘਰ ਬੈਠ ਕੇ ਪੜ੍ਹ ਸਕਦੇ ਜਾਂ ਡਿਗਰੀ ਜਾਂ ਕੋਰਸ ਲੈ ਸਕਦੇ। ਫਿਰ ਜਿਹੜੇ ਕਾਲਜ ਨੇ, ਯੂਨੀਵਰਸਿਟੀਆਂ ਨੇ, ਸਕੂਲ ਨੇ, ਵੱਡੀਆਂ ਜਿਹੜੀਆਂ ਬਿਲਡਿੰਗਾਂ ਨੇ, ਤੇ ਉਹ ਵੱਡੀਆਂ ਬਿਲਡਿੰਗਾਂ ਦੇ ਜਾਂ ਜਿਹੜਾ ਅਮਲਾ ਸਟਾਫ ਆ, ਟੀਚਰ ਆ, ਫੈਕਲਟੀ ਆ, ਨਾਨ ਫੈਕਲਟੀ ਆ, ਉਹ ਖਰਚੇ ਵੀ ਤੇ ਕੰਟਰੋਲ ਜਾਂ ਖਰਚੇ ਤੁਹਾਨੂੰ ਲੱਗਦਾ ਨਹੀਂ ਕਿ ਜ਼ਿਆਦਾ ਬਰਡਨ ਪੈ ਗਏ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ? ਕਿਸੇ ਨੇ ਸੋਚਿਆ ਨਹੀਂ ਕਰੋਨਾ ਆਈ ਤੇ ਆਨਲਾਈਨ ਪੜ੍ਹਾਉਣਾ ਪਏ। ਭੁੱਲਰ ਸਾਹਿਬ ਮੈਂ ਫਿਰ ਕਹੂੰਗਾ ਕਿ ਕਿਤੇ ਨਾ ਕਿਤੇ ਸਾਡੀ ਘੱਟ ਸਮਝ ਜਾਂ ਨਾ ਸਮਝੀ ਇਸ ਮੁੱਦੇ ਨੂੰ ਸਮਝਣ ਬਾਰੇ ਜਿਹੜਾ ਸਾਡਾ ਗਿਆਨ ਹੈ ਉਹ ਘੱਟ ਹੈ, ਤਾਂ ਕਰਕੇ ਸਾਨੂੰ ਇਸ ਤਰ੍ਹਾਂ ਦੀ
ਜਿਹੜੀਆਂ ਨੇ ਗੱਲਾਂ ਦਿਮਾਗ 'ਚ ਆਉਂਦੀਆਂ। ਜਿਹੜੀ ਫਾਰਮਲ ਐਜੂਕੇਸ਼ਨ ਹੈ ਉਹਦਾ ਬਦਲ ਆਨਲਾਈਨ ਐਜੂਕੇਸ਼ਨ ਨਾ ਹੈ, ਨਾ ਹੋ ਸਕਦੀ ਹੈ। ਇਹ ਵੈਲਿਊ ਐਡੀਸ਼ਨ ਹੈ। ਜਦੋਂ ਰੈਗੂਲਰ ਕੈਂਪਸ ਦੇ ਵਿੱਚ ਬੱਚਾ ਪੜ੍ਹਦਾ, ਚਾਹੇ ਸਕੂਲ ਵਿੱਚ ਪੜ੍ਹਦਾ, ਇਹ ਵੈਲਿਊ ਐਡ ਕਰਦੀ ਹੈ। ਜਦੋਂ ਉਹ ਬੱਚਾ ਇੱਕ EMPLOYE ਬਣ ਕੇ ਕਿਤੇ ਪ੍ਰੋਫੈਸ਼ਨਲ ਤੌਰ ਨੌਕਰੀ ਕਰ ਲੈਂਦਾ, ਉਦੋਂ ਆਨਲਾਈਨ ਐਜੂਕੇਸ਼ਨ ਉਹਦਾ ਸਾਥ ਦਿੰਦੀ ਹੈ, ਕਿਉਂਕਿ ਤੁਸੀਂ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਹੋ ਉਹਦਾ ਪ੍ਰੈਕਟੀਕਲ ਤਜਰਬਾ ਤੁਸੀਂ ਕਰ ਹੀ ਰਹੇ ਹੋ। ਤੁਹਾਨੂੰ ਉਸ ਵੇਲੇ ਲੋੜ ਹੁੰਦੀ ਹੈ ਕਿ ਤੁਸੀਂ ਆਨਲਾਈਨ ਡਿਗਰੀ ਲੈ ਲਓ। ਤੁਸੀਂ ਅੱਗੇ ਡਿਸਟੈਂਸ ਐਜੂਕੇਸ਼ਨ ਹੁੰਦੀ ਸੀ, ਜਿਹਨੂੰ ਆਪਾਂ ਕਹਿੰਦੇ ਸੀ, ਪਹਿਲਾਂ ਵੀ ਸੀ, ਹੁਣ ਵੀ ਹੈ। ਜਿਹੜੀ ਆਨਲਾਈਨ ਐਜੂਕੇਸ਼ਨ ਦਾ ਅਗਲਾ ਪੜਾਅ ਹੈਗਾ, ਜਿਹਦੇ ਵਿੱਚ ਡਿਗਰੀ ਪ੍ਰਾਪਤ ਕਰਨਾ, ਆਨਲਾਈਨ ਹੀ ਕੰਪਲੀਟ ਕਰਨਾ, ਉਹ ਸਿਰਫ ਪ੍ਰੋਫੈਸ਼ਨਲ ਲੋਕਾਂ ਵਾਸਤੇ ਹੈ। ਉਹ ਜਿਹੜੇ ਸਾਡੇ ਫਰੈਸ਼ਰਸ ਨੇ, ਜਿਹੜੇ ਸਾਡੇ ਗ੍ਰੈਜੂਏਟਸ ਨੇ, ਉਹਨਾਂ ਵਾਸਤੇ ਉਹ ਨਹੀਂ ਹੈ। ਉਹਨਾਂ ਲੋਕਾਂ ਵਾਸਤੇ ਹੈ ਕਿ ਜਿਹੜੇ ਆਪਣੀ ਨੌਕਰੀ ਦੇ ਵਿੱਚ ਨੇ ਲੇਕਿਨ ਹੋਰ ਤਰੱਕੀ ਕਰਨਾ ਚਾਹੁੰਦੇ ਆ, ਆਪਣੇ ਕਰੀਅਰ ਪ੍ਰਤੀ ਹੋਰ ਉਹ ਚਾਹੁੰਦੇ ਆ ਕਿ ਮੈਂ ਆਪਣੇ ਆਪ ਨੂੰ ਹੋਰ ਐਜੂਕੇਟ ਕਰ ਲਵਾਂ, ਕਿਉਂਕਿ ਉੱਥੇ ਕੋਈ ਨੁਕਸਾਨ ਨਹੀਂ ਹੋ ਰਿਹਾ। ਤਜਰਬਾ ਉਹਨਾਂ ਕੋਲ ਹੈ। ਹੁਣ ਤੁਸੀਂ ਮੀਡੀਆ ਵਿੱਚੋਂ ਹੁਣ ਜੋ ਤਜਰਬਾ ਤੁਸੀਂ ਹਾਸਲ ਕਰ ਰਹੇ ਹੋ, ਤੁਸੀਂ ਅੱਗੇ ਮਾਸਟਰ ਕਰਨੀ ਹੈ, PhD ਕਰਨੀ ਹੈ, ਤੁਹਾਨੂੰ ਤਜਰਬੇ ਵਾਸਤੇ ਲੈਬ 'ਚ ਹੋਰ ਕਿੱਥੇ ਜਾਣਾ? ਤੁਸੀਂ ਆਲਰੇਡੀ ਸਟੂਡੀਓ 'ਚ ਬੈਠੇ ਹੋ। ਇਵੇਂ ਕੋਈ ਬੱਚਾ ਪ੍ਰੋਫੈਸ਼ਨਲੀ ਉੱਤੇ ਕੈਰੀਅਰ ਕੋਈ ਕੰਪਿਊਟਰ 'ਚ ਕਰ ਰਿਹਾ, ਕੋਈ ਮਕੈਨੀਕਲ 'ਚ ਕਰ ਰਿਹਾ, ਕਿਤੇ ਵੀ ਇੰਡਸਟਰੀ ਵਿੱਚ ਕੰਮ ਕਰ ਰਿਹਾ, ਪ੍ਰੈਕਟੀਕਲ ਕਰ ਰਿਹਾ, ਤਾਂ ਆਨਲਾਈਨ ਐਜੂਕੇਸ਼ਨ ਇੱਕ ਵੈਲਿਊ ਐਡੀਸ਼ਨ ਹੈ। ਉਹਦਾ ਕਿ ਬੱਚਿਆਂ ਦਾ ਸਾਲ ਨਾ ਬਰਬਾਦ ਹੋਵੇ, ਸਾਨੂੰ ਕਾਲਜ ਸਕੂਲ 'ਚ ਜਾਣਾ ਹੀ ਪੈਣਾ ਹੈਗਾ। ਇਹ ਅਲਟਰਨੇਟਿਵ ਹੀ ਹੈ ਇੱਕ। ਇਹ ਅਲਟਰਨੇਟਿਵ ਮਹਾਮਾਰੀ ਵਿੱਚ ਸਾਡੇ ਕੋਲ ਇੱਕੋ ਬਦਲ ਬਚਦਾ ਹੈ। ਇਹ ਬਦਲ ਹੈ ਨਹੀਂ ਸਾਡੇ ਕੋਲ। ਇੱਕੋ ਇਹ ਜਿਹੜੀ ਵਿਵਸਥਾ ਜਿਹੜੀ ਹੈ ਸਾਡੇ ਸਾਹਮਣੇ ਹੈ। ਅਦਰਵਾਈਜ਼ ਤਾਂ ਬੱਚੇ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਅਸੀਂ ਕਰ ਸਕਦੇ। ਜਿਹੜੇ ਬਾਹਰ ਉੱਥੇ ਵੀ ਫਾਰਮਲ ਐਜੂਕੇਸ਼ਨ ਦਾ ਇਹ ਬਦਲਵਾਂ ਰੂਪ ਹੀ ਹੈ ਕਿ ਉੱਥੇ ਵੀ ਅਲਟਰਨੇਟਿਵ ਹੈ ਜੀ। ਅਗਰ ਵਿਦੇਸ਼ਾਂ ਦੀ ਗੱਲ ਕਰੀਏ ਜਾਂ ਅਮਰੀਕਾ ਵਰਗੇ ਜਾਂ ਹੋਰ ਜਿਹੜੇ ਕੰਟਰੀਜ਼ ਅਸੀਂ ਗੱਲ ਕਰੀ, ਜਿਹੜੀ ਆਪਾਂ ਇਹ ਚਰਚਾ ਕਰ ਰਹੇ ਹਾਂ, ਇਹ ਵਿਸ਼ਵ ਵਿਆਪੀ ਜਿਹੜਾ ਸਾਰੇ ਦੇਸ਼ਾਂ ਦੇ ਵਿੱਚ ਇੱਕੋ ਹੀ ਤਰ੍ਹਾਂ ਦੇ ਨਾਲ ਇਸ ਨੂੰ ਦੇਖਿਆ ਜਾ ਰਿਹਾ। ਔਰ ਇਹ ਉੱਥੇ ਮਹਾਮਾਰੀ ਤੋਂ ਪਹਿਲਾਂ, ਕਿਉਂਕਿ ਬਹੁਤ ਉਹਨਾਂ ਦੀ ਜੀਵਨ ਦਾ ਹਿੱਸਾ ਬਣ ਚੁੱਕੀ ਹੈ। ਉੱਥੇ ਤਾਂ ਸ਼ਾਪਿੰਗ ਵੀ ਆਨਲਾਈਨ ਕੀਤੀ ਜਾਂਦੀ ਹੈ, ਲੋਕ ਮਾਲ 'ਚ ਵੀ ਹੁਣ ਜਾਣਾ ਬੰਦ ਹੋ ਗਏ। ਉੱਥੇ ਤਾਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਆਨਲਾਈਨ ਕੀਤੀਆਂ ਜਾਂਦੀਆਂ, ਤੇ ਪੜ੍ਹਾਈ ਦਾ ਵੀ ਇੱਕ ਹਿੱਸਾ ਹੈ। ਵੈਲਿਊ ਐਡੀਸ਼ਨ ਹੈ, ਇਹ ਸਬਸਟੀਟਿਊਟ ਨਹੀਂ ਹੈ। ਅੱਛਾ, ਕਿ ਜਿਸ ਸਮੇਂ ਜ਼ਿਕਰ ਇੱਕ ਕਿਸੇ ਨੇ ਆਰਟੀਕਲ ਲਿਖਿਆ ਬਹੁਤ ਵਧੀਆ ਕਿ ਆਨਲਾਈਨ ਜਿਹੜਾ ਐਜੂਕੇਸ਼ਨ ਆ ਉਹਦੇ ਫੈਕਟਸ ਨੇ ਕਿ 2016 ਦੇ ਵਿੱਚ ਆਨਲਾਈਨ ਐਜੂਕੇਸ਼ਨ ਦੀ ਜਿਹੜੀ ਇੰਡੀਆ ਦੇ ਵਿੱਚ ਮਾਰਕੀਟ ਦੀ ਜਿਹੜੀ ਵਰਥ ਕਾਊਂਟ ਹੋਈ ਸੀ ਉਹ $247 ਮਿਲੀਅਨ ਉਹਨਾਂ ਨੇ ਸੀ। ਤੇ ਜਿਹੜੀ ਹੁਣ 21 ਜਿਹੜੀ ਐਕਸਪੈਕਟਡ ਆ, ਉਹ ਮਤਲਬ ਕਹਿ ਰਹੇ ਨੇ ਕਿ ਆਲਮੋਸਟ 52% ਦੀ ਗਰੋਥ ਆਏਗੀ, $1.96 ਬਿਲੀਅਨ। ਇਹ ਲੱਗਦਾ ਕਿ ਇੰਡੀਆ ਉਸ ਰਾਹ 'ਤੇ ਜਾ ਰਿਹਾ ਜੀ। ਬਿਲਕੁਲ ਜੀ। ਜਦੋਂ ਤੁਸੀਂ ਸਾਡੇ ਦੇਸ਼ ਦੀ ਨੀਤੀ ਘਾੜਿਆਂ ਦੇ ਤੁਸੀਂ ਹਿਲਜੁਲ ਨੂੰ ਦੇਖੋਗੇ ਤਾਂ ਸਾਡੇ ਦੇਸ਼ ਦੇ ਵਿੱਚ ਆਨਲਾਈਨ ਐਜੂਕੇਸ਼ਨ ਦੀ ਕੋਈ ਨੀਤੀ ਨਹੀਂ ਸੀ। ਹੁਣੇ ਭਾਰਤ ਸਰਕਾਰ ਦਾ ਜਿਹੜਾ ਹੈਗਾ ਮਨੁੱਖੀ ਸਰੋਤ ਵਿਕਾਸ ਵਿਭਾਗ ਹੈ, ਉਸਨੇ ਆਨਲਾਈਨ ਐਜੂਕੇਸ਼ਨ ਦੀ ਨਵੀਂ ਪਾਲਿਸੀ ਲਾਂਚ ਕੀਤੀ ਹੈ। ਪਹਿਲਾਂ ਭਾਰਤ ਦੀ ਕੋਈ ਯੂਨੀਵਰਸਿਟੀ ਆਨਲਾਈਨ ਡਿਗਰੀ ਪ੍ਰਦਾਨ ਨਹੀਂ ਕਰ ਸਕਦੀ ਸੀ। ਹੁਣ ਉਹਨਾਂ ਨੇ ਦੇਸ਼ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਅਧਿਕਾਰ ਦਿੱਤਾ ਹੈ ਕਿ ਉਹ ਆਨਲਾਈਨ ਜਿਹੜੀ ਡਿਗਰੀ ਆ ਉਹ ਪ੍ਰਦਾਨ ਕਰ ਸਕਦੇ ਆ। ਲੇਕਿਨ ਉਹ ਆਨਲਾਈਨ ਡਿਗਰੀ ਜਿਹੜੀ ਹੈਗੀ ਆ, ਜਿਹੜੇ ਸਾਡੇ ਕਰੋੜਾਂ ਲੋਕ ਨੌਕਰੀ ਪੇਸ਼ਾ ਨੇ ਜਿਹੜੇ ਆਲਰੇਡੀ ਕੰਮ ਕਰ ਰਹੇ, ਉਹ ਉਹਨਾਂ ਵਾਸਤੇ ਹੈ। ਉੱਥੇ ਗਰੋਥ ਇਸ ਕਰਕੇ ਹੈ ਕਿ ਪਹਿਲੇ ਜਿਹੜੇ ਸਾਡੇ ਲੋਕ ਕੰਮ ਕਰਦੇ ਸੀ, IT ਕੰਪਨੀ 'ਚ ਕੰਮ ਕਰਦੇ ਸੀ, ਹੌਸਪਿਟੈਲਿਟੀ ਕੰਮ ਕਰਦੇ ਸੀ, ਮੀਡੀਆ 'ਚ ਕੰਮ ਕਰਦੇ ਸੀ, ਉਹ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਆਨਲਾਈਨ ਡਿਗਰੀ ਹਾਸਲ ਕਰਦੇ ਸੀ। ਆਨਲਾਈਨ ਦੇ ਵਿੱਚ ਕੋਈ ਬਾਉਂਡਰੀ ਨਹੀਂ ਹੁੰਦੀ, ਕੋਈ ਉਹਦੇ 'ਚ ਬਾਰਡਰ ਨਹੀਂ ਹੁੰਦਾ। ਤੁਸੀਂ ਅਮਰੀਕਾ ਦੀ ਯੂਨੀਵਰਸਿਟੀ ਤੋਂ ਡਿਗਰੀ ਕਰਨੀ ਚਾਹੁੰਦੇ ਹੋ, ਹਾਰਵਰਡ ਤੋਂ ਕਰਨੀ ਚਾਹੁੰਦੇ ਹੋ, ਆਨਲਾਈਨ ਉਹ ਪ੍ਰਦਾਨ ਕਰਦੀਆਂ। ਤਾਂ ਆਨਲਾਈਨ ਵਿਵਸਥਾ ਆਲਰੇਡੀ ਸਾਡਾ ਦੇਸ਼ ਪਛੜਿਆ ਹੋਇਆ ਸੀ। ਔਰ ਮੈਂ ਸਮਝਦਾ ਕਿ ਭਾਰਤ ਸਰਕਾਰ ਦਾ ਇਹ ਜਿਹੜਾ ਫੈਸਲਾ ਬੜਾ ਸ਼ਲਾਘਾਯੋਗ ਹੈ, ਸਮੇਂ ਦੇ ਅਨੁਸਾਰ ਲਿਆ ਗਿਆ ਸਹੀ ਫੈਸਲਾ ਹੈ। ਔਰ ਹੁਣ ਸਾਡੇ ਦੇਸ਼ ਦੀਆਂ ਜਿਹੜੀਆਂ 100 ਸੰਸਥਾਵਾਂ, ਉਹਦੇ ਵਿੱਚ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਵੀ ਉਹਦਾ ਇੱਕ ਹਿੱਸਾ ਹੈ। ਸਾਨੂੰ ਵੀ ਆਨਲਾਈਨ ਵਾਸਤੇ ਉਹਨਾਂ ਨੇ ਅਧਿਕਾਰ ਦੇਣ ਜਾ ਰਹੀ ਹੈ ਭਾਰਤ ਸਰਕਾਰ, ਔਰ ਅਸੀਂ ਇਸ ਦੇ ਉੱਪਰ ਕੰਮ ਵੀ ਕਰ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੀਆਂ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਉਹਨਾਂ ਦੇ ਮੁਕਾਬਲੇ ਦਾ ਕੰਟੈਂਟ, ਕਿਉਂਕਿ ਆਨਲਾਈਨ ਦੇ ਵਿੱਚ ਕੀ ਹੈ, ਦੋ ਚੀਜ਼ਾਂ ਬੜੀਆਂ ਮਹੱਤਵਪੂਰਨ ਹੈ। ਇੱਕ ਤੁਹਾਡੇ ਕੋਲ ਲਰਨਿੰਗ ਮੈਨੇਜਮੈਂਟ ਸਿਸਟਮ ਜਿਹੜਾ ਪਲੇਟਫਾਰਮ ਹੈ ਜਿੱਥੇ ਤੁਸੀਂ ਪੜ੍ਹਾਉਣਾ ਹੈ। ਦੂਸਰਾ ਜਿਹੜਾ ਕੰਟੈਂਟ ਹੈ ਕਿ ਕਿਸ ਤਰ੍ਹਾਂ ਦਾ ਕੰਟੈਂਟ, ਉਹਦੇ ਵਾਸਤੇ ਬਹੁਤ ਅੱਛੇ ਜਿਹੜੇ ਹਾਈ ਕਲਾਸ ਸਟੂਡੀਓ ਸਟੈਬਲਿਸ਼ ਕਰਨੇ ਪੈਂਦੇ ਆ ਜਿੱਥੇ ਉਹ ਕੰਟੈਂਟ ਡਿਵੈਲਪ ਕੀਤਾ ਜਾਂਦਾ ਹੈ। ਵਰਚੁਅਲ ਲੈਬੋਰਟਰੀਜ਼ ਜਿਹੜੀਆਂ ਨੇ ਡਿਵੈਲਪ ਕੀਤੀਆਂ ਜਾਂਦੀਆਂ ਨੇ। ਬਹੁਤ ਸਾਰੀ ਇਨਵੈਸਟਮੈਂਟ ਹੈ ਇਸ ਦੇ ਵਿੱਚ। ਇੱਕ ਗੱਲ ਹੋਰ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਭੁਲੇਖਾ ਹੈ ਕਿ ਆਨਲਾਈਨ ਤਾਂ ਖਰਚਾ ਘਟ ਗਿਆ ਜੀ, ਆਨਲਾਈਨ ਤਾਂ ਫ੍ਰੀ ਹੈ ਜੀ, ਇਸ ਦੇ ਵਿੱਚ ਤਾਂ ਖਰਚਾ ਹੋ ਨਹੀਂ ਰਿਹਾ।
ਪਰ ਅਗਰ ਸਹੀ ਤਰੀਕੇ ਨਾਲ ਆਨਲਾਈਨ ਐਜੂਕੇਸ਼ਨ ਦੇਣ ਦੀ ਗੱਲ ਕਰੀਏ, ਜਿਵੇਂ ਅਸੀਂ ਇੱਕ ਅਮਰੀਕਾ ਦਾ ਇੱਕ ਲਰਨਿੰਗ ਮੈਨੇਜਮੈਂਟ ਸਿਸਟਮ ਹੈ, ਉਹਦਾ ਨਾਮ ਹੈ ਬਲੈਕ ਬੋਰਡ ਜੀ। ਇੱਕ ਸੌਫਟਵੇਅਰ ਹੈ, ਵਰਚੁਅਲ ਕੈਂਪਸ ਹੈ। ਉਹ ਦੁਨੀਆ ਦਾ 73% ਜਿਹੜੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਜੀ, 73% ਟੌਪ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਬਲੈਕ ਬੋਰਡ ਨੂੰ ਯੂਜ਼ ਕਰਦੀਆਂ। ਔਰ ਹਾਂ, ਉਹ ਅਸੀਂ ਅਮਰੀਕਾ ਦਾ ਉਹ ਲਾਇਸੈਂਸ, ਚੰਡੀਗੜ੍ਹ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਆ ਸਾਡੇ ਇਸ ਖਿੱਤੇ ਦੀ ਰੀਜਨ ਦੀ ਜਿਹਦੇ ਕੋਲ ਉਹ ਅਸੀਂ ਬਲੈਕ ਬੋਰਡ ਲੈ ਕੇ ਆਏ ਹਾਂ। ਹੁਣ ਉਹ ਇੱਕ ਵਰਚੁਅਲ ਕੈਂਪਸ ਦਾ ਤਜਰਬਾ ਦੇਗਾ, ਲੇਕਿਨ ਉਸ ਦੇ ਪਿੱਛੇ ਸਾਡੀ ਇਨਵੈਸਟਮੈਂਟ ਜਿਹੜੀ ਆ ਅਦਰ ਦੈਨ ਸੌਫਟਵੇਅਰ, ਕੰਟੈਂਟ ਫੈਕਟਰੀ ਸਾਨੂੰ ਡਿਵੈਲਪ ਕਰਨੀ ਪੈ ਰਹੀ ਹੈ। ਕੈਂਪਸ ਦੇ ਵਿੱਚ ਸਾਨੂੰ ਨਵੇਂ ਸਟੂਡੀਓ ਬਣਾਉਣੇ ਪੈ ਰਹੇ ਆ, ਨਵੇਂ ਐਕਸਪਰਟ ਹਾਇਰ ਕਰਨੇ ਪੈ ਰਹੇ ਆ ਜਿਨ੍ਹਾਂ ਨੇ ਕੰਟੈਂਟ ਡਿਵੈਲਪ ਕਰਨਾ, ਜਿਨ੍ਹਾਂ ਨੇ ਐਡੀਟਿੰਗ ਕਰਨੀ ਆ, ਹੋਰ ਸਾਰੀਆਂ ਚੀਜ਼ਾਂ ਕਰਨੀਆਂ। ਫਿਰ ਸਾਡੇ ਫੈਕਲਟੀ ਦੀ ਟ੍ਰੇਨਿੰਗ 'ਤੇ ਸਾਡਾ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ, ਕਿਉਂਕਿ ਸਾਡੇ ਜਿਹੜੇ ਅਧਿਆਪਕ ਨੇ ਉਹ ਹਾਲੇ ਕੈਮਰੇ ਸਾਹਮਣੇ ਜਾਂ ਵਰਚੁਅਲੀ ਪੜ੍ਹਾਉਣ ਦੇ ਵਾਸਤੇ ਟ੍ਰੇਨਡ ਨਹੀਂ ਹੈਗੇ। ਤਾਂ ਸਾਨੂੰ ਰੈਗੂਲਰ ਉਸ ਦੇ ਉੱਪਰ ਇਨਵੈਸਟਮੈਂਟ ਐਫਰਟ ਸਾਰੀਆਂ ਕਰਨੀਆਂ ਪੈ ਰਹੀਆਂ। ਔਰ ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਅਗਰ ਅਸੀਂ ਕੁਆਲਿਟੀ ਕਿਸੇ ਵੀ ਕੰਮ ਦੀ ਲੈਣੀ ਹੈ, ਚਾਹੇ ਉਹ ਰੈਗੂਲਰ ਕੈਂਪਸ ਦੇ ਵਿੱਚ ਐਜੂਕੇਸ਼ਨ ਹੈ, ਚਾਹੇ ਆਨਲਾਈਨ ਹੈ, ਤੇ ਉਹਦੇ 'ਚ ਇਹ ਨਹੀਂ ਹੈ ਕਿ ਉਹ ਫ੍ਰੀ ਹੈ। ਉਹ ਰਾਦਰ ਸਾਡੇ ਵਾਸਤੇ ਇੱਕ ਨਵਾਂ ਚੁਣੌਤੀ ਹੈ, ਨਵਾਂ ਚੈਲੰਜ ਹੈ। ਤਾਂ ਅਸੀਂ ਉਸ ਚੈਲੰਜ ਨੂੰ ਲੈ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਹੈ ਕਿ ਸਾਡੀ ਜਿਹੜੀ ਵਚਨਬੱਧਤਾ ਹੈ ਕਿ ਮਿਆਰੀ ਸਿੱਖਿਆ ਅਸੀਂ ਦੇਣੀ ਹੈ, ਮਿਆਰੀ ਕੰਮ ਕਰਨੇ ਹੈ, ਔਰ ਵਿਸ਼ਵ ਦਰਜਾਬੰਦੀ ਵਿੱਚ ਅਸੀਂ ਆਪਣੀਆਂ ਸੰਸਥਾਵਾਂ ਨੂੰ ਲੈ ਕੇ ਜਾਣਾ ਹੈ, ਤੇ ਉਸ ਦੇ ਵਾਸਤੇ ਸਾਨੂੰ ਇਹ ਸਾਰੇ ਯਤਨ ਕਰਨੇ ਹੀ ਪੈਣਗੇ। ਅਸੀਂ ਤੁਹਾਨੂੰ ਲੱਗਦਾ ਕਿ ਸਰਕਾਰਾਂ ਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਰਕਾਰ ਬਹੁਤ ਇਸ ਅੱਗੇ ਵਧ ਰਹੀ ਹੈ ਐਜੂਕੇਸ਼ਨ ਸੈਕਟਰ ਨੂੰ ਲੈ ਕੇ, ਪਰ ਨਾਲ ਦੀ ਨਾਲ ਤੁਹਾਨੂੰ ਲੱਗਦਾ ਕਿ ਆਈਟੀ ਸੈਕਟਰ ਨੂੰ ਵੀ ਬੜਾ ਲਾਉਣਾ ਪੈਣਾ, ਕਿਉਂਕਿ ਪਿੰਡਾਂ ਦੇ ਵਿੱਚ ਨੈਟਵਰਕ ਦੀ ਪ੍ਰੋਬਲਮ ਆ। ਇੱਕ ਪਿੱਛੇ ਜਿਹੇ ਬਹੁਤ ਫੋਟੋ ਵਾਇਰਲ ਹੋ ਰਹੀ, ਉਸ ਫੋਟੋ ਵਾਇਰਲ ਤੇ ਬਾਅਦ 'ਚ ਉਹ ਮੀਡੀਆ ਦੀ ਖਬਰ ਵੀ ਬਣੀ ਕਿ ਇੱਕ ਸਾਰਾ ਟੱਬਰ ਝੋਨਾ ਲਾ ਰਿਹਾ ਤੇ ਕੁੜੀ ਖੇਤਾਂ ਦੇ ਵਿੱਚ ਕਿਤਾਬ ਲੈ ਕੇ ਪੜ੍ਹ ਰਹੀ ਹੈ ਆਨਲਾਈਨ, ਕਿਉਂਕਿ ਉੱਥੇ ਨੈਟਵਰਕ ਆਉਂਦਾ ਹੋਊਗਾ। ਤੁਹਾਨੂੰ ਲੱਗਦਾ ਤੇ ਨਾਲ ਦੀ ਨਾਲ ਬਾਕੀ ਜਿਹੜੇ ਪੈਰਲਲ ਅਦਾਰੇ ਨੇ ਗੌਰਮੈਂਟ ਦੇ, ਉਹਨਾਂ ਨੂੰ ਵੀ ਫੋਕਸ ਕਰਨਾ ਪਏਗਾ ਜੀ, ਕਿਉਂਕਿ ਹਜੇ ਪਿੰਡਾਂ ਦੇ ਵਿੱਚ ਇੰਨੀ ਜ਼ਿਆਦਾ ਨੈਟਵਰਕ ਨਹੀਂ ਆਉਂਦਾ, ਜਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਘੱਟ ਆਉਂਦਾ, ਜਾਂ ਨੈਟਵਰਕ ਟੁੱਟਦਾ। ਪੂਰਾ ਵਰਲਡ 5G 6G ਤੇ ਪਹੁੰਚ ਗਿਆ, ਅਸੀਂ ਅਜੇ ਪ੍ਰੋਪਰ 4G ਵੀ ਨਹੀਂ ਦੇ ਪਾਏ। ਨਹੀਂ, ਬਿਲਕੁਲ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਾਡੇ ਨੈਟਵਰਕ ਨੂੰ ਹਲੇ ਹੋਰ ਇੰਪਰੂਵਮੈਂਟ ਦੀ ਜ਼ਰੂਰਤ ਹੈ, ਲੇਕਿਨ ਬਹੁਤ ਤੇਜ਼ੀ ਨਾਲ ਸੁਧਾਰ ਹੋ ਰਿਹਾ। ਤੁਸੀਂ ਦੇਖੋਗੇ ਪ੍ਰਾਈਵੇਟ ਪਲੇਅਰ ਰਿਲਾਇੰਸ ਨੇ ਜੀਓ ਆਉਣ ਦੇ ਨਾਲ ਬਹੁਤ ਸਾਡੀ ਸਮੱਸਿਆ ਹੱਲ ਹੋਈ ਹੈ। ਹੋਰ ਗਵਰਨਮੈਂਟ ਲੈਵਲ 'ਤੇ ਉਪਰਾਲੇ ਵੀ ਚੱਲ ਰਹੇ ਹੈ। ਉਹ ਨੈਟਵਰਕ ਦੀ ਸਮੱਸਿਆ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਖਤਮ ਹੋ, ਜਿਵੇਂ ਹੁਣ ਸਾਡੇ ਬਿਜਲੀ ਦੀ ਸਮੱਸਿਆ ਨਹੀਂ ਹੈ। ਇੱਕ ਸਮਾਂ ਸਾਨੂੰ ਲੱਗਦਾ ਸੀ ਕਿ ਬਿਜਲੀ ਕਿੱਥੋਂ ਆਉਣੀ ਹੈ, ਲੇਕਿਨ ਹੁਣ ਬਿਜਲੀ ਅਸੀਂ ਵੇਚਣ ਲੱਗ ਗਏ। ਤਾਂ ਇਸੇ ਤਰੀਕੇ ਨਾਲ ਇੰਟਰਨੈਟ ਦੀ ਸਮੱਸਿਆ ਵੀ ਜਿਹੜੀ ਆ, ਸਾਡਾ ਪੰਜਾਬ ਬਾਕੀਆਂ ਨਾਲੋਂ ਬਹੁਤ ਬੈਟਰ ਪੋਜੀਸ਼ਨ 'ਚ ਹੈ। ਇੱਕ ਗੱਲ ਮੈਂ ਹੋਰ ਇੱਥੇ ਦਰਜ ਕਰਾਉਣੀ ਚਾਹੁੰਦਾ ਕਿ ਸਾਡੇ ਕੋਲ ਵੀ ਕੁਝ ਐਸੇ ਬੱਚੇ ਨੇ ਜਿਨ੍ਹਾਂ ਦੇ ਕੋਲੇ ਜੰਮੂ ਕਸ਼ਮੀਰ ਦੇ ਬੱਚੇ ਆ ਜਿੱਥੇ ਇੰਟਰਨੈਟ ਦੀ ਜ਼ਿਆਦਾ ਸਮੱਸਿਆ ਹੈ। ਕੁਝ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ, ਦਲਿਤ ਪਰਿਵਾਰਾਂ ਦੇ ਬੱਚੇ ਆ ਜਿਨ੍ਹਾਂ ਦੇ ਕੋਲੇ ਲੈਪਟਾਪ ਜਾਂ ਬਾਕੀ ਸਾਧਨ ਨਹੀਂ ਹੈਗੇ, ਉਹਨਾਂ ਦੇ ਕੋਲੇ ਇੰਟਰਨੈਟ ਨਹੀਂ ਹੈ। ਤਾਂ ਆਫਲਾਈਨ ਐਜੂਕੇਸ਼ਨ ਦਾ ਵੀ ਵਿਵਸਥਾ ਹੁੰਦੀ ਹੈ ਕਿ ਜਿਹੜਾ ਤੁਸੀਂ ਡਿਜੀਟਲ ਕੰਟੈਂਟ ਦੇ ਰਹੇ ਹੋ ਬੱਚੇ ਨੂੰ, ਆਨਲਾਈਨ ਲਾਈਵ ਦੇ ਰਹੇ ਹੋ, ਉਹ ਆਫਲਾਈਨ ਦਿੱਤਾ ਜਾ ਸਕਦਾ, ਪੈਨ ਡਰਾਈਵ CD ਬਣਾ ਕੇ। ਅਸੀਂ ਉਹ ਵੀ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਹੜੇ ਪੈਡ ਹੈਗੇ ਨੇ, ਆਈਪੈਡ ਬਹੁਤ ਸਸਤੇ ਔਰ ਘੱਟ ਕੀਮਤ ਵਾਲੇ, ਉਹਨਾਂ ਦੇ ਵਾਸਤੇ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਬੱਚਿਆਂ ਨੂੰ ਮੁਹੱਈਆ ਕਰਵਾਏ ਜਾਣ। ਜੀ ਲੱਗਦਾ ਕਿ ਜਿਹੜਾ ਪੇਰੈਂਟਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ, ਕਿਉਂਕਿ ਆਮ ਸੋਸ਼ਲ ਮੀਡੀਆ 'ਤੇ ਗੱਲਾਂ ਹੋ ਰਹੀਆਂ, ਜਾਂ ਫੀਸ ਦਾ ਇੱਕ ਬਹੁਤ ਵੱਡਾ ਇਸ਼ੂ ਬਣਿਆ ਕਿ ਜਦ ਸਕੂਲ ਨਹੀਂ ਲੱਗੇ ਫੀਸ ਕਾਹਦੇ ਦਈ ਹੈਗੇ ਜੀ। ਬੱਚੇ ਤੇ ਸਕੂਲ 'ਚ ਮਸਾਂ ਪੜ੍ਹਦੇ ਹੈਗੇ ਤੇ ਘਰਾਂ 'ਚ ਉਹ ਕਿਵੇਂ ਪੜ੍ਹਨਗੇ, ਮਾਂ ਪਿਓ ਨੂੰ ਵਿੱਚ ਝਿਆਨ ਨਹੀਂ ਦੇ ਕੇ ਨਾਲ ਦੂਜਾ ਖੋਲ੍ਹ ਕੇ ਬੈਠੇ ਰਹਿਣਗੇ ਜਾਂ ਗੱਲਾਂ ਕਰਕੇ ਜਾਂ ਹੈੱਡਫੋਨ ਲਾ ਕੇ ਬੈਠ ਗਏ। ਪੇਰੈਂਟਸ ਦੀ ਕਿੰਨੀ ਕੁ ਜ਼ਿੰਮੇਵਾਰੀ ਇਸ ਮੌਕੇ ਆਨਲਾਈਨ ਐਜੂਕੇਸ਼ਨ? ਭੁੱਲਰ ਸਾਹਿਬ, ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸਾਡੀ ਜੀਵਨ ਜਾਂਚ ਦੇ ਵਿੱਚ ਸਾਨੂੰ ਬਹੁਤ ਸਾਰੇ ਨਵੇਂ ਅਹਿਸਾਸ, ਨਵੇਂ ਅਨੁਭਵ ਹੋਏ ਨੇ ਲਾਕਡਾਊਨ ਦੇ ਦੌਰਾਨ, ਕਰੋਨਾ ਦੇ ਦੌਰਾਨ। ਔਰ ਉਹਨਾਂ ਦੇ ਵਿੱਚੋਂ ਇੱਕ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਿਆ, ਔਰ ਅਸੀਂ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਜਿਹੜੀ ਪਰਿਵਾਰ ਦੇ ਵਿੱਚ ਹੈ ਉਹਨਾਂ ਨੂੰ ਰੀਡਿਫਾਈਨ ਕੀਤਾ, ਉਹਨਾਂ ਨੂੰ ਦੁਬਾਰਾ ਉਹਨੂੰ ਰੀਪੋਜੀਸ਼ਨਿੰਗ ਹੋਈ ਹੈ। ਅਸੀਂ ਆਪਣੇ ਮਾਪਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਸੀ, ਬਜ਼ੁਰਗਾਂ ਕੋਲ ਨਹੀਂ ਬੈਠਦੇ ਸੀ, ਔਰ ਇਸ ਦੌਰਾਨ ਅਸੀਂ ਦੇਖਿਆ ਕਿ ਉਹਨਾਂ ਕੋਲ ਬੈਠ ਕੇ ਬਹੁਤ ਸਾਰੇ ਲੋਕਾਂ ਨੇ ਆਪਣੇ ਤਜਰਬੇ ਸ਼ੇਅਰ ਕੀਤੇ ਆ ਕਿ ਮੈਂ ਯਾਰ ਆਪਣੇ ਬੇਬੇ ਬਾਪੂ ਨਾਲ ਇੰਨਾ ਟਾਈਮ ਬਿਤਾ ਕੇ ਤਾਂ ਮੈਨੂੰ ਅਹਿਸਾਸ ਹੋ ਗਿਆ ਯਾਰ ਮੈਨੂੰ ਤਾਂ ਬਹੁਤ ਜ਼ਰੂਰੀ ਸੀ ਇਹਨਾਂ ਕੋਲ ਬੈਠਣਾ। ਬੱਚਿਆਂ ਦੇ ਨਾਲ ਲੋਕਾਂ ਨੇ, ਜਿਹੜੇ ਲੋਕ ਬਹੁਤ ਬਿਜ਼ੀ ਸੀਗੇ, ਜਿਹੜੇ ਆਪਣੀ ਜ਼ਿੰਦਗੀ ਦੀ ਦੌੜ ਦੇ ਵਿੱਚ ਲੱਗੇ ਹੋਏ ਸੀ, ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਖੇਡਣ ਵਾਸਤੇ ਟਾਈਮ ਕੱਢਿਆ, ਬੱਚਿਆਂ ਨਾਲ ਛੋਟੀਆਂ-ਛੋਟੀਆਂ ਗੱਲਾਂ ਸਾਂਝੀਆਂ ਕੀਤੀਆਂ, ਔਰ ਲੋਕਾਂ ਨੇ ਕੁਆਲਿਟੀ ਟਾਈਮ ਸਪੈਂਡ ਕੀਤਾ। ਔਰ ਮੈਂ ਸਮਝਦਾ ਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ। ਚਾਹੇ ਮਹਾਮਾਰੀ ਖਤਮ ਹੋ ਜਾਣੀ ਹੈ, ਇਹ ਟੈਂਪਰੇਰੀ ਫਿਨੋਮੀਨਾ ਹੈ, ਇਹ ਸਾਰਾ ਕੁਝ ਠੀਕ ਹੋ ਜਾਣਾ, ਲੇਕਿਨ ਸਾਡੀ ਜਿਹੜੀ ਜੀਵਨ ਜਾਂਚ, ਸਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਹ ਤਬਦੀਲੀਆਂ ਨੇ, ਜਿਹੜੀਆਂ ਚੰਗੀਆਂ ਤਬਦੀਲੀਆਂ, ਇਹਨਾਂ ਨੂੰ ਸਾਨੂੰ ਛੱਡਣਾ ਨਹੀਂ ਚਾਹੀਦਾ। ਬਿਲਕੁਲ ਮਾਪਿਆਂ ਦਾ ਫਰਜ਼ ਬਣਦਾ ਹੈ, ਔਰ ਮਾਂ ਤੋਂ ਵੱਡਾ
ਬਾਪ ਤੋਂ ਵੱਡਾ ਕੋਈ ਅਧਿਆਪਕ ਨਹੀਂ ਹੋ ਸਕਦਾ ਭੁੱਲਰ ਸਾਹਿਬ। ਅਗਰ ਮੈਂ ਅੱਜ ਇਸ ਜਗ੍ਹਾ ਤੇ ਪਹੁੰਚਿਆ ਤਾਂ ਮੈਂ ਅਗਰ ਆਪਣੇ ਅਧਿਆਪਕਾਂ ਵਿੱਚੋਂ ਤੇ ਆਪਣੇ ਮਾਪਿਆਂ ਵਿੱਚੋਂ ਕਿਸੇ ਨੂੰ ਕ੍ਰੈਡਿਟ ਦੇਣਾ ਹੋਏਗਾ ਆਪਣੀ ਕਾਮਯਾਬੀ ਦਾ, ਸਭ ਤੋਂ ਪਹਿਲਾਂ ਮੈਂ ਆਪਣੇ ਮਾਪਿਆਂ ਨੂੰ ਦਊਂਗਾ, ਆਪਣੇ ਦਾਦਾ ਜੀ ਨੂੰ ਦਊਂਗਾ ਜਿਨ੍ਹਾਂ ਤੋਂ ਮੈਂ ਕੁਝ ਸਿੱਖਿਆ, ਆਪਣੇ ਫਾਦਰ ਸਾਹਿਬ ਨੂੰ ਦਊਂਗਾ ਜਿਹੜੇ ਇੱਕ ਬਹੁਤ ਕਰਮਯੋਗੀ ਬੰਦੇ, ਖੇਤਾਂ 'ਚ ਕੰਮ ਕਰਦੇ ਸੀ, ਮੈਨੂੰ ਵੀ ਨਾਲ ਲੈ ਕੇ ਜਾਂਦੇ ਸੀ, ਮੈਨੂੰ ਨੇ ਨਾ ਪਰਪੱਕ ਬਣਾਇਆ। ਜਿਹੜੀ ਤਜਰਬੇ ਦੇ ਆਧਾਰ ਤੇ ਅਸੀਂ ਸਿੱਖਿਆ ਲੈਂਦੇ ਆ, ਉਹ ਮੇਰੇ ਖਿਆਲ ਹੈ ਉਸ ਤੋਂ ਵੱਡੀ, ਉਸ ਤੋਂ ਪਕੇਰੀ ਸਿੱਖਿਆ ਕੋਈ ਨਹੀਂ ਹੁੰਦੀ। ਤਾਂ ਮੈਂ ਮਾਪਿਆਂ ਨੂੰ ਬੇਨਤੀ ਕਰੂੰਗਾ ਕਿ ਬਿਲਕੁਲ ਤੁਹਾਡੀਆਂ ਗੱਲਾਂ ਜਾਇਜ਼ ਨੇ, ਫੀਸ ਦੇ ਮਾਮਲੇ 'ਚ ਆਰਥਿਕ ਚੁਣੌਤੀਆਂ ਸਾਹਮਣੇ ਨੇ, ਮੈਂ ਬਿਲਕੁਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿ ਸਮਾਜ ਨੂੰ ਇਹ ਬੋਝ ਵੰਡਾਉਣਾ ਚਾਹੀਦਾ, ਸੰਸਥਾਵਾਂ ਨੂੰ ਵੰਡਾਉਣਾ ਚਾਹੀਦਾ, ਸਰਕਾਰਾਂ ਨੂੰ ਵੰਡਾਉਣਾ ਚਾਹੀਦਾ, ਔਰ ਕੁਝ ਸਾਨੂੰ ਆਪਣੀਆਂ ਪ੍ਰਾਥਮਿਕਤਾ ਵੀ ਖਿਆਲ ਰੱਖਣੀਆਂ ਚਾਹੀਦੀਆਂ ਨੇ। ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਦੋਂ ਲੋਕਡਾਊਨ ਤੋਂ ਬਾਅਦ ਠੇਕੇ ਖੁੱਲ੍ਹੇ, ਸਾਡੀ ਸੇਲ ਸ਼ਰਾਬ ਦੀ ਇੱਕੋ ਦਮ ਕਿੰਨੀ ਵੱਧ ਗਈ। ਸ਼ਰਾਬ ਤੇ ਕਿੰਨਾ ਟੈਕਸ ਵੱਧ ਜਾਂਦਾ ਸੀ ਕੋਈ ਨਹੀਂ ਬੋਲਦੇ, ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਵੀ ਥੋੜਾ ਹੋ ਰਿਹਾ ਹੈ ਕਿ ਕੁਝ ਲੋਕਾਂ ਦੀ ਪ੍ਰੋਬਲਮ ਬੜੀ ਜੈਨੂਅਨ ਹੈਗੀ ਹੈ, ਲੇਕਿਨ ਅਸੀਂ ਸਾਰਾ ਸਮਾਜ ਤਾਂ ਨਹੀਂ ਹੈਗੇ ਨਾ। ਬੱਚੇ ਸਾਡੀ ਪ੍ਰਾਥਮਿਕਤਾ ਹੈ, ਔਰ ਬੱਚੇ ਤੇ ਜਿਹੜਾ ਅਸੀਂ ਪੈਸਾ ਖਰਚ ਕਰ ਰਹੇ ਹਾਂ, ਅਸੀਂ ਬਾਕੀ ਚੀਜ਼ਾਂ ਤੋਂ ਘੱਟ ਕਰ ਲਾਂਗੇ। ਇਹ ਸਾਡੀਆਂ ਫਿਊਚਰ ਦੀਆਂ ਇਨਵੈਸਟਮੈਂਟ ਹੈ, ਇਹ ਅਸੀਂ ਭਵਿੱਖ ਤੇ ਪੈਸਾ ਲਾ ਰਹੇ ਹਾਂ। ਤਾਂ ਮੈਂ ਸਮਝਦਾ ਕਿ ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਜਿਹੜੇ ਫੀਸ ਦੇ ਸਕਦੇ ਆ, ਫੀਸਾਂ ਵੀ ਜ਼ਿਆਦਾ ਹੈ ਨਹੀਂ ਹੈ, ਮੈਂ ਦੇਖਿਆ ਸਕੂਲਾਂ ਦੀ ਫੀਸ 1500 ਹੈ, 2000 ਹੈ, 3000 ਹੈ, ਬਹੁਤ ਸਾਰੇ ਉਹਨਾਂ ਸਕੂਲਾਂ ਦੇ ਜ਼ਿਆਦਾ ਰੌਲਾ ਜਿਨ੍ਹਾਂ ਦੀ ਫੀਸ ਲੱਖਾਂ ਵਿੱਚ, ਉੱਥੇ ਕੋਈ ਰੌਲਾ ਨਹੀਂ। ਉੱਥੇ ਲੋਕ ਜਾਂਦੇ ਆ, ਆਡੀ ਕਾਰ ਵਿੱਚ ਜਾਂਦੇ ਆ, ਔਰ ਉੱਥੇ ਜਾ ਕੇ ਫੀਸ ਦੇ ਕੇ ਆ ਜਾਂਦੇ ਆ। ਲੇਕਿਨ ਇਹ ਸਾਰਾ ਜਿਹੜਾ ਰੌਲਾ ਹੈਗਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੇ ਸਮਾਜ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਮਿਲ ਬੈਠ ਕੇ ਇਹ ਜਿਹੜੇ ਸ਼ਰਾਬ ਵਾਲਾ, ਕਿਉਂਕਿ ਰੋਪੜ ਦੀਆਂ ਪੰਜਾਬ ਰੋਡਵੇ ਰੋਪੜ ਦੀਆਂ ਬੱਸਾਂ ਤੇ ਇੱਕ ਬੜਾ ਵਧੀਆ ਨਾਰਾ ਸੀ, ਪਾਪਾ ਜੀ ਮੈਨੂੰ ਲੈ ਦਿਓ ਕਿਤਾਬ ਨਾ ਖਰੀਦੋ ਸ਼ਰਾਬ ਨਾ ਜੀ, ਪਰ ਅਸੀਂ ਅੱਜ ਵੀ ਸ਼ਰਾਬ ਨੂੰ ਪਹਿਲ ਰੱਖਿਆ ਹੈ ਜੀ। ਤੁਸੀਂ ਵਿਆਹਾਂ ਸ਼ਾਦੀਆਂ ਤੇ ਖਰਚੇ, ਸਾਡੀ ਜ਼ਿੰਦਗੀ, ਸਾਡਾ ਜਿਹੜਾ ਲਾਈਫ ਸਟਾਈਲ ਹੈ ਭੁੱਲਰ ਸਾਹਿਬ, ਇਹ ਅਸੀਂ ਚਲ ਆਰਥਿਕ ਚੁਣੌਤੀਆਂ ਨੇ, ਲੇਕਿਨ ਪੂਰੀ ਦੁਨੀਆ ਦੇ ਵਿੱਚੋਂ ਰਾਜਿਆਂ ਮਹਾਰਾਜਿਆਂ ਵਾਲਾ ਸਾਡਾ ਲਾਈਫ ਸਟਾਈਲ ਪੰਜਾਬੀਆਂ ਦਾ ਹੈ। ਭਾਵੇਂ ਕਿਸੇ ਤੇ ਕਰਜ਼ਾ ਹੈ ਜਾਂ ਨਹੀਂ ਹੈ, ਲੇਕਿਨ ਤੁਸੀਂ ਉਹਦੀ ਜ਼ਿੰਦਗੀ ਠਾਠ-ਬਾਠ ਨੂੰ ਦੇਖੋਗੇ ਤੇ ਬਾਹਰੋਂ ਆਇਆ ਬੰਦਾ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਬੰਦਿਆਂ ਨੂੰ ਆਰਥਿਕ ਚੁਣੌਤੀ ਹੈ ਕੋਈ ਨਹੀਂ। ਅੱਛਾ, ਇੱਕ ਮੇਰਾ ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਮੌਕੇ ਇੱਕ ਆਮ ਹੀ ਮਿੱਥ ਨਹੀਂ ਹੈਗਾ, ਸਰਕਾਰਾਂ ਤੇ ਇਲਜ਼ਾਮ ਆ, ਸੱਚਾ ਇਲਜ਼ਾਮ ਆ ਕਿ ਸਰਕਾਰਾਂ ਦੀ ਜਿਹੜੀ ਪ੍ਰਾਇਓਰਟੀ ਉਹ ਐਜੂਕੇਸ਼ਨ ਨਹੀਂ ਰਹੀ ਜਾਂ ਹੈਲਥ ਨਹੀਂ ਰਹੀ, ਤੁਹਾਨੂੰ ਲੱਗਦਾ ਕਿ ਕਰੋਨਾ ਦੇ ਹਾਲਾਤਾਂ 'ਚ ਸਰਕਾਰਾਂ ਨੂੰ ਫਿਰ ਜਿਹੜੀ ਪ੍ਰਾਇਓਰਟੀ ਅਪਣਾਉਣੀ ਪਏਗੀ ਜੀ? ਦੇਖੋ, ਚਾਹੇ ਉਹ ਪ੍ਰਾਈਵੇਟ ਐਜੂਕੇਸ਼ਨ ਵੀ ਲੋਕਾਂ ਨੂੰ ਜਾਗਰੂਕਤ ਕਰ ਰਹੀ, ਐਜੂਕੇਸ਼ਨ ਦੇ ਰਹੀ, ਪਰ ਸਰਕਾਰ ਨੂੰ ਆਪਣਾ ਫਰਜ਼ ਤਾਂ ਨਿਭਾਉਣਾ ਪਊਗਾ। ਹਾਂ ਯਾਰ, ਨਹੀਂ, ਇਸ 'ਤੇ ਵੀ ਸਾਨੂੰ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਭੁੱਲਰ ਸਾਹਿਬ, ਬਿਲਕੁਲ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੇਕਿਨ ਇਹ ਗੱਲ ਕਹਿ ਲੈਣੀ ਕਿ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੈ ਜਾਂ ਸਰਕਾਰ ਕੋਈ ਫਿਕਰ ਨਹੀਂ ਕਰ ਰਹੀ, ਇਹ ਵੀ ਗੱਲ ਮੈਂ ਸਮਝਦਾ ਠੀਕ ਨਹੀਂ ਹੈ। ਸਰਕਾਰਾਂ ਬਹੁਤ ਚਿੰਤਤ ਨੇ। ਸਰਕਾਰਾਂ, ਚਾਹੇ ਸਾਡੀ ਭਾਰਤ ਸਰਕਾਰ ਹੈ, ਆਪਾਂ ਜ਼ਿਕਰ ਕੀਤਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹੈ। ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਉਹ ਹਮੇਸ਼ਾ ਮਤਲਬ ਉਹਨਾਂ ਦੀ ਤਰਜੀਹ ਰਹਿੰਦੀ ਆ। ਅਸੀਂ ਤਾਂ ਜਦੋਂ ਵੀ ਦੇਖਿਆ ਉਹਨਾਂ ਨੇ ਕਦੇ ਵੀ ਐਜੂਕੇਸ਼ਨ ਦੀ ਜਦੋਂ ਗੱਲ ਆਈ ਉਹਨਾਂ ਨੇ ਪਹਿਲ ਦਿੱਤੀ ਹੈ। ਸਾਡੇ ਜਿਹੜੇ ਵੱਡੇ ਅਧਿਕਾਰੀ ਵੀ ਹੈ ਨੇ, ਉਹ ਵੀ ਦੇਖਿਆ ਕਿ ਉਹ ਬੜੇ ਇਸ ਗੱਲ ਨੂੰ ਲੈ ਕੇ ਬੜੇ ਉਹ ਫਿਕਰਮੰਦ ਰਹਿੰਦੇ ਆ ਕਿ ਦੱਸੋ ਆਪਾਂ ਕੀ ਕਰ ਸਕਦੇ ਹਾਂ ਮਿਆਰੀ ਐਜੂਕੇਸ਼ਨ ਵਾਸਤੇ। ਲੇਕਿਨ ਸਾਧਨ ਵਸੀਲੇ ਜਿਹੜੇ ਹੈ ਉਹ ਤਾਂ ਸਾਡੇ ਸਾਹਮਣੇ ਹੈ ਨਾ। ਸਾਡੇ ਜਿਹੜੇ ਆਰਥਿਕ ਸਾਧਨ ਸਰਕਾਰਾਂ ਕੋਲ ਹੈ ਜਾਂ ਬਾਕੀ ਚੀਜ਼ਾਂ ਨੇ, ਮੈਨੂੰ ਨਹੀਂ ਲੱਗਦਾ ਕਿ ਕੋਈ ਸਰਕਾਰਾਂ ਦੇ ਮਨ 'ਚ ਬੇਈਮਾਨੀ ਹੈ, ਲੇਕਿਨ ਕੰਮ ਬਹੁਤ ਕਰਨ ਵਾਲਾ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਜੋ ਕੰਮ ਸਾਨੂੰ ਐਜੂਕੇਸ਼ਨ ਵਾਸਤੇ, ਸਾਨੂੰ ਐਜੂਕੇਸ਼ਨ ਬਜਟ 'ਤੇ ਹੋਰ ਵਧਾਉਣ ਦੀ ਜ਼ਰੂਰਤ ਹੈਗੀ ਆ। ਐਜੂਕੇਸ਼ਨ 'ਤੇ ਜੋ ਇਨਵੈਸਟਮੈਂਟ ਕਰ ਰਹੇ ਹਾਂ ਉਹ ਬਹੁਤ ਥੋੜ੍ਹੀ ਹੈ, ਔਰ ਬਾਕੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਜਿਹੜਾ ਸਾਡਾ ਐਜੂਕੇਸ਼ਨ ਬਜਟ ਆ ਉਹ ਬਹੁਤ ਹੀ ਘੱਟ ਹੈ। ਸਾਡੇ ਬਜਟ ਘੱਟ ਹੈਗੇ, ਬਜਟ ਘੱਟ ਹੈ ਤੇ ਕਹਿੰਦੇ ਕਿ ਕੋਈ ਸਮਾਨ ਲੈਣਾ ਗਾ ਉਹ ਬੈਂਕਾਂ 0% ਵਿਆਜ ਤੇ ਐਜੂਕੇਸ਼ਨ ਲੈਣਾ 13-14% ਹੈ। ਹਾਂ, ਇਹ ਇੱਕ ਬਹੁਤ ਵੱਡੀ ਤਰਾਸਦੀ ਹੈ। ਅਸੀਂ ਮੰਗ ਵੀ ਕੀਤੀ ਸੀਗੀ, ਭਾਰਤ ਸਰਕਾਰ ਤੋਂ ਮੰਗ ਕੀਤੀ ਸੀ ਕਿ ਇਸ ਮਹਾਮਾਰੀ ਦੇ ਵਿੱਚ ਬਾਕੀ ਜਿੰਨੇ ਵੀ ਵਿਕਸਿਤ ਦੇਸ਼ ਤੁਸੀਂ ਦੇਖੋਗੇ ਉੱਥੇ ਤਾਂ ਆਮ ਰਿਵਾਜ ਹੈ ਕਿ ਬੱਚੇ ਜਿਹੜਾ ਲੋਨ ਲੈ ਕੇ ਪੜ੍ਹਦੇ ਆ, ਸਟੱਡੀ ਲੋਨ ਲੈਂਦੇ ਆ। ਤਾਂ ਅਸੀਂ ਕਿਹਾ ਸੀ ਜਾਂ ਤਾਂ ਬੱਚਿਆਂ ਨੂੰ ਸਕਾਲਰਸ਼ਿਪ ਦੇ ਦਿਓ, ਅਗਰ ਸਕਾਲਰਸ਼ਿਪ ਨਹੀਂ ਦੇ ਸਕਦੇ ਹੋ 1 ਸਾਲ ਵਾਸਤੇ ਤੇ ਤੁਸੀਂ 1 ਸਾਲ ਵਾਸਤੇ ਵਿਆਜ ਫ੍ਰੀ, ਅਸੀਂ ਨਹੀਂ ਕਹਿੰਦੇ ਪੈਸੇ ਵਾਪਸ ਲਓ ਤੁਸੀਂ ਜੀ, ਬੱਚਾ ਕਾਮਯਾਬ ਹੋਏਗਾ ਤੁਹਾਡੇ ਵਾਪਸ ਕਰੇ, ਲੇਕਿਨ ਵਿਆਜ ਜਿਹੜੀ ਹੈ ਉਹ ਪਹਿਲੀ ਗੱਲ ਤਾਂ ਕਿ ਆਮ ਵਿਆਜ ਤੋਂ, ਜਿਵੇਂ ਤੁਸੀਂ ਦੱਸਿਆ ਹੈ ਕਿ ਕਮਰਸ਼ੀਅਲ ਲੋਨ ਲੈਂਦੇ ਹੋ ਉੱਥੇ ਰੇਟ ਆਫ ਇੰਟਰਸਟ ਘੱਟ ਹੈ। ਤੁਸੀਂ ਏਸੀ ਲੈਣਾ, ਫ੍ਰਿਜ ਲੈਣਾ, 0% ਹੈ ਜੀ। ਚਲੋ ਕਰੋ, ਕਹਿਣ ਨੂੰ 0 ਹੈ, ਉਹਦਾ ਦੂਜਾ ਪੱਖ ਜਦੋਂ ਦੇਖੋਗੇ ਕਿ ਉਹ ਵਿੱਚ ਹੀ ਸਾਰਾ ਕੁਝ ਫਿੱਟ ਕੀਤਾ ਹੁੰਦਾ, ਉਹ ਸਾਨੂੰ ਦੇਖਣ ਨੂੰ ਇੱਕ ਛਲਾਵਾ ਲੱਗਦਾ। 0% ਤੇ ਨਹੀਂ ਮਿਲਦਾ, ਲੇਕਿਨ ਹਾਂ ਇਹਨਾਂ ਬੱਚਿਆਂ ਨੂੰ 0% ਤੇ ਜ਼ਰੂਰ ਮਿਲਣਾ ਚਾਹੀਦਾ ਤਾਂ ਕਿ ਉਹ ਬੱਚੇ ਜਿਹੜੇ ਆ ਉਹ ਜਦੋਂ ਕਾਮਯਾਬ ਹੋਣਗੇ ਉਹ ਵਾਪਸ ਕਰ ਸਕਣ। ਚਲੋ ਸੰਧੂ ਸਾਹਿਬ, ਤੁਸੀਂ ਸਾਡੇ ਵਾਸਤੇ ਸਮਾਂ ਕਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ, ਸ਼ੁਕਰੀਆ।
ਇਸ ਸਤਨਾਮ ਸਿੰਘ ਸੰਧੂ ਇਸ ਰੀਜਨ ਦੀ ਬਹੁਤ ਵੱਡੀ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ, ਉਹ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ, ਪਰ ਜਿੱਥੋਂ ਤੱਕ ਆਨਲਾਈਨ ਐਜੂਕੇਸ਼ਨ ਦਾ ਮਸਲਾ, ਇਹ ਇੱਕ ਬਹੁਤ ਵੱਡੀ ਚੁਣੌਤੀ ਆ ਔਰ ਸਰਕਾਰਾਂ ਇਸ ਚੁਣੌਤੀ ਨੂੰ ਵੀ ਪਾਰ ਕਰਨ ਵਾਸਤੇ ਤਿਆਰ ਆ। ਔਰ ਸਾਨੂੰ ਇਸੇ ਕਰਕੇ ਕਹਿ ਗਏ ਨਹੀਂ ਕਿ ਜਾਂ ਵਾਹ ਪਿਆ ਜਾਣੀ ਜਾਂ ਰਾਹ ਪਿਆ ਜਾਣੀ, ਪਰ ਨਾਲ ਦੀ ਨਾਲ ਇਹ ਵੀ ਹੈ ਕਿ ਐਜੂਕੇਸ਼ਨ ਸਰਕਾਰਾਂ ਦਾ ਮੁੱਖ ਏਜੰਡਾ ਹੋਣਾ ਚਾਹੀਦਾ, ਕਿਉਂਕਿ ਬੱਚਿਆਂ ਨੂੰ ਐਜੂਕੇਸ਼ਨ ਦੇਣਾ, ਸਮਾਜ ਨੂੰ ਐਜੂਕੇਸ਼ਨ ਦੇਣਾ ਇਹ ਸਰਕਾਰਾਂ ਦਾ ਮੁੱਢਲਾ ਫਰਜ਼ ਹੈ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।